देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। मेरे मम्मी पापा ਜਿਹੜੇ ਮੇਰੇ ਸਫ਼ਰ ਦੇ ਵਿੱਚ ਸ਼ੁਰੂ ਤੋਂ ਹੀ ਉਹਨਾਂ ਨੇ ਬਹੁਤ ਸਾਥ ਦਿੱਤਾ। ਮੈਂ ਸਭ ਤੋਂ ਵੱਡੀ ਗੱਲ ਇਹ ਕਹਿਣਾ ਚਾਹਾਂਗੀ ਅੱਜ ਦੇ ਯੰਗਸਟਰਸ ਨੂੰ ਕਿ ਤੁਸੀਂ ਆਪਣੇ ਪੇਰੈਂਟਸ ਤੇ ਵਿਸ਼ਵਾਸ ਰੱਖੋ ਕਿਉਂਕਿ ਉਹ ਤੁਹਾਡੇ ਵਾਸਤੇ ਕਦੀ ਵੀ ਬੁਰਾ ਨਹੀਂ ਸੋਚਦੇ। ਮਾਤਾ ਦੇਵੀ ਦੀ ਪੂਜਾ ਕਰਦੇ ਨੇ ਤੇ ਉਹੀ ਜਿਹੜੀ ਔਰਤ ਹੈ ਉਹਨੂੰ ਕੁੱਖਾਂ ਦੇ ਵਿੱਚ ਮਾਰ ਦਿੰਦੇ ਨੇ। ਮੇਰਾ ਪਰਪਸ ਕੀ ਹੈ ਇਸ ਦੁਨੀਆ ਤੇ ਆਉਣ ਦਾ, ਮੈਂ ਉਹ ਲਗਾਤਾਰ ਲੱਭਣ ਤੇ लगी रहनी हूँ। हमें तो मंजिल मिल ही जाएगी, यूँ रास्तों पर भटकते ही सही। वे लोग क्या करेंगे जो घर से निकलते ही नहीं। कोई जमाना ਹੁੰਦਾ ਸੀ ਜਦੋਂ ਔਰਤਾਂ ਜਿਹੜੀਆਂ ਨੇ ਘਰ ਦੇ ਕੰਮਕਾਜ ਤੱਕ ਹੀ ਸੀਮਿਤ ਹੁੰਦੀਆਂ ਸੀ, ਪਰ ਜਦੋਂ ਜ਼ਮਾਨੇ ਦੀ ਸੋਚ ਬਦਲੀ, ਜ਼ਮਾਨਾ ਬਦਲਿਆ ਤਾਂ ਔਰਤਾਂ ਹੁਣ ਜਿਹੜੀਆਂ ਨੇ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਨੇ। ਡਾਕਟਰ ਅੰਚਲ ਅਰੋੜਾ ਇੱਕ ਅਜਿਹਾ ਨਾਮ ਨੇ ਜੋ ਕਿ ਸਮਾਜ ਸੇਵਾ ਵੀ ਕਰ ਰਹੇ ਨੇ, ਨਾਲ ਖਾਲਸਾ ਕਾਲਜ ਵਿੱਚ ਅਸਿਸਟੈਂਟ ਪ੍ਰੋਫੈਸਰ ਵੀ ਨੇ ਔਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਮੈਂਬਰ ਵੀ ਨੇ। ਗੱਲਬਾਤ ਵੀ ਕਰਾਂਗੇ ਉਹਨਾਂ ਨਾਲ। ਮੈਮ ਸਵਾਗਤ ਹੈ ਤੁਹਾਡਾ ਸਾਡੇ ਚੈਨਲ। ਨਮਸਤੇ ਜੀ, ਸਤਿ ਸ਼੍ਰੀ ਅਕਾਲ ਐਂਡ ਦੈਨਿਕ ਸਵੇਰਾ ਦੀ ਟੀਮ ਨੂੰ ਬਹੁਤ ਬਹੁਤ ਸ਼ੁਕਰੀਆ, ਅੱਜ ਤੁਸੀਂ ਆਏ ਇੱਥੇ ਔਰ ਬੜਾ ਅੱਛਾ ਲੱਗ ਰਿਹਾ। ਅੰਚਲ ਜੀ, ਜਾਣਨਾ ਚਾਹਾਂਗਾ ਤੁਹਾਡਾ ਜੀਵਨ ਬਾਰੇ, ਤੁਹਾਡੇ ਮਾਤਾ ਪਿਤਾ ਬਾਰੇ, ਉਹ ਤੁਹਾਡੀ ਪੜ੍ਹਾਈ ਬਾਰੇ। ਮੈਂ ਐਕਚੁਅਲੀ ਪੜ੍ਹਾਈ ਜਿਹੜੀ ਕੀਤੀ ਹੈ ਉਹ ਗਵਰਨਮੈਂਟ ਸਕੂਲ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਤੋਂ ਮੈਂ ਪੜ੍ਹੀ ਹਾਂ ਔਰ ਉਸ ਤੋਂ ਬਾਅਦ ਮੇਰਾ ਜਿਹੜਾ ਗ੍ਰੈਜੂਏਸ਼ਨ ਦਾ ਸਫ਼ਰ ਰਿਹਾ ਉਹ ਮੇਰਾ SSS ਕਾਲਜ ਆਫ ਕਾਮਰਸ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਤੋਂ, ਅਤੇ ਉਸ ਤੋਂ ਬਾਅਦ ਮੈਂ MCOM ਕੀਤੀ BBK DAV ਕਾਲਜ ਫॉर ਵੂਮਨ ਅੰਮ੍ਰਿਤਸਰ ਤੋਂ ਐਂਡ ਦੈਨ ਆਈ ਡਿਡ ਮਾਈ MPhil ਐਂਡ ਉਸ ਤੋਂ ਬਾਅਦ ਮੈਂ UGC JRF ਕਲੀਅਰ ਕੀਤੀ ਫਸਟ ਅਟੈਂਪਟ। ਆਈ ਗੋਟ ਸਕੋਲਰਸ਼ਿਪ ਫਰੋਮ ਆਲ ਓਵਰ ਇੰਡੀਆ ਐਂਡ ਉਸ ਤੋਂ ਬਾਅਦ ਸਕੋਲਰਸ਼ਿਪ ਦੇ ਥਰੂ ਮੈਂ ਐਜ਼ ਅ ਜੂਨੀਅਰ ਰਿਸਰਚ ਫੈਲੋ ਆਪਣੀ PhD ਦਾ ਸਫ਼ਰ ਜਾਰੀ ਕੀਤਾ ਔਰ ਹੁਣ ਮੈਂ PhD ਮੁਕੰਮਲ ਕਰ ਚੁੱਕੀ ਹਾਂ। 2 ਸਾਲ ਹੋ ਗਏ ਮੇਰੀ PhD ਨੂੰ ਕੰਪਲੀਟ ਹੋਏ। ਤੋ ਇਹ ਮੇਰੀ ਐਕੈਡੈਮਿਕ ਸਾਰੀ ਡਿਟੇਲ ਹੈ ਔਰ ਮੇਰੇ ਮੰਮੀ ਪਾਪਾ ਜਿਹੜੇ ਮੇਰੇ ਸਫ਼ਰ ਦੇ ਵਿੱਚ ਸ਼ੁਰੂ ਤੋਂ ਹੀ ਉਹਨਾਂ ਨੇ ਬਹੁਤ ਸਾਥ ਦਿੱਤਾ। ਬੜਾ ਉਹਨਾਂ ਨੇ ਇੱਕ ਜਿਸ ਤਰ੍ਹਾਂ ਕਿ ਕਹਿ ਲਓ ਕਿ ਅਪਬ੍ਰਿੰਗਿੰਗ ਜਿਹੜੀ ਬੱਚੇ ਦੀ ਜਿਹੜਾ ਆਈਡੀਅਲ ਹੋਣੀ ਚਾਹੀਦੀ, ਮੈਨੂੰ ਲੱਗਦਾ ਹੈ ਕਿ ਮੇਰੀ ਉਸ ਤਰ੍ਹਾਂ ਦੀ ਹੋਈ ਹੈ ਔਰ ਉਹਨਾਂ ਦੀ ਪਰਵਰਿਸ਼ 'ਚ ਮੈਂ ਕਹਿੰਦੀ ਹਾਂ ਕਿ ਬਹੁਤ ਕੁਝ ਸਿੱਖਿਆ ਔਰ ਹਮੇਸ਼ਾ ਉਹਨਾਂ ਦੇ ਵੱਲੋਂ ਮੈਨੂੰ ਜਜ਼ਬਾ ਔਰ ਉਹਨਾਂ ਵੱਲੋਂ ਇੰਸਪੀਰੇਸ਼ਨ ਮੋਟੀਵੇਸ਼ਨ ਹਮੇਸ਼ਾ ਮਿਲਦੀ ਰਹੀ ਤਾਂ ਕਿ ਮੈਂ ਕੁਛ ਨਾ ਕੁਛ ਅਲਾਇਦਾ ਪੜ੍ਹਾਈ ਤੋਂ ਵੀ ਇਲਾਵਾ ਕੁਛ ਨਾ ਕੁਛ ਕਰਾਂ। ਤੋ ਮੈਂ ਐਕੈਡੈਮਿਕਸ ਵੀ ਹਮੇਸ਼ਾ ਟੌਪਰ ਰਹੀ, ਬੜੀ ਮਿਹਨਤ ਨਾਲ ਪੜ੍ਹੀ ਹਾਂ ਔਰ ਮੇਰਾ ਜਜ਼ਬਾ ਜਿਹੜਾ ਸੀ ਸ਼ੁਰੂ ਤੋਂ ਹੀ ਟੀਚਿੰਗ ਵੱਲ ਬੜਾ ਰਿਹਾ ਔਰ ਰੁਝਾਨ, ਅਤੇ ਇਸ ਕਰਕੇ ਅੱਜ ਮੈਨੂੰ 16 ਸਾਲ ਹੋ ਗਏ ਨੇ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਐਜ਼ ਐਨ ਅਸਿਸਟੈਂਟ ਪ੍ਰੋਫੈਸਰ। ਔਰ ਮੇਰੇ ਮੰਮੀ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਸੋਸ਼ਲ ਰਿਸਪੋਂਸੀਬਿਲਿਟੀ ਨਿਭਾਉਂਦੇ ਨੇ, ਉਹਨਾਂ ਨੂੰ ਸਮਾਜ ਸੇਵਾ ਦਾ ਬੜਾ ਸ਼ੌਂਕ ਹੈ। ਉਹਨਾਂ ਦੀ ਜਿਹੜੀ ਦਿਲ ਜਿਹੜਾ ਬੜਾ ਉਦਾਰ ਹੈ, ਬੜੇ ਹੀ ਇਮੋਸ਼ਨਲ ਨੇ ਔਰ ਸਪੈਸ਼ਲੀ ਉਹਨਾਂ ਦੀ ਜਿਹੜੀ ਸੇਵਾ ਭਾਵ ਹੈ ਉਹ ਸਟਰੇ ਡੌਗਸ ਵਾਸਤੇ, ਜਿਹੜੀਆਂ ਕਾਊਜ਼ ਨੇ ਉਹਨਾਂ ਵਾਸਤੇ ਉਹ ਬਹੁਤ ਕੁਝ ਕਰਦੇ ਨੇ। ਔਰ ਮੇਰੇ ਫਾਦਰ ਜਿਹੜੇ ਨੇ ਉਹਨਾਂ ਦਾ ਜ਼ਿਆਦਾ ਜਿਹੜਾ ਪਕਸ਼ ਉਹ ਕ੍ਰੀਏਟਿਵਿਟੀ ਵੱਲ ਹੈਗਾ। ਉਹ ਬੜੇ ਅੱਛੇ ਰਾਈਟਰ ਨੇ, ਬਹੁਤ ਹੀ ਅੱਛਾ ਗਾਉਂਦੇ ਨੇ, ਬੜਾ ਅੱਛਾ ਲਿਖਦੇ ਨੇ ਔਰ ਬਹੁਤ ਹੀ ਪੇਂਟਿੰਗ ਕਰਦੇ ਨੇ, ਮਿਊਜ਼ਿਕ 'ਚ ਉਹਨਾਂ ਨੇ BA ਕੀਤੀ ਹੋਈ ਹੈ। ਅਤੇ ਮੈਨੂੰ ਲੱਗਦਾ ਹੈ ਕਿ ਜੋ ਵੀ ਮੈਂ ਚੀਜ਼ਾਂ ਆਪਣੀ ਲਾਈਫ ਦੇ ਵਿੱਚ ਕਰਦੀ ਆ ਰਹੀ ਹਾਂ ਉਹ ਸਾਰਾ ਕੁਛ ਮੈਨੂੰ ਮੇਰੇ ਗੁਰੂਆਂ ਤੋਂ ਔਰ ਸਭ ਤੋਂ ਪਹਿਲੇ ਮੇਰੇ ਜਿਹੜੇ ਗੁਰੂ ਨੇ ਉਹ ਮੇਰੇ ਮਾਂ ਬਾਪ ਨੇ, ਉਹਨਾਂ ਤੋਂ ਜੈਨੇਟਿਕਲੀ ਮਿਲਿਆ ਔਰ ਫਿਰ ਜਿਹੜੇ ਲੋਕ ਮੇਰੇ ਇਨ ਟੱਚ ਆਉਂਦੇ ਰਹੇ ਔਰ ਮੈਂ ਜਿਹੜੇ ਗੁਰੂਆਂ ਕੋਲ ਸਿੱਖਿਆ ਉਹ ਮੈਂ ਬੜੀ ਫੋਰਚੂਨੇਟ ਫੀਲ ਕਰਦੀ ਹਾਂ, ਬੜੀ ਪ੍ਰਿਵਿਲੇਜਡ ਹਾਂ ਕਿ ਮੈਨੂੰ ਬਹੁਤ ਹੀ ਵਧੀਆ ਜਿਹੜੇ ਗੁਰੂ ਮਿਲੇ ਨੇ ਜਿਨ੍ਹਾਂ ਤੋਂ ਮੈਂ ਜ਼ਿੰਦਗੀ ਦੇ ਵਿੱਚ ਹਰ ਪੱਖ ਤੋਂ ਹਰ ਕਦਮ 'ਤੇ ਸਿੱਖ ਕੇ ਮੈਂ ਅੱਗੇ ਵੱਧਦੀ ਰਹੀ ਹਾਂ ਔਰ ਅੱਜ ਤੱਕ ਮੈਂ ਸਿੱਖ ਰਹੀ ਹਾਂ। ਗੱਲ ਕੀਤੀ ਹੋਵੇ ਸਮਾਜ ਦੀ ਤਾਂ ਕਾਫੀ ਬੰਦਿਸ਼ਾਂ ਜਿਹੜੀਆਂ ਨੇ ਕੁੜੀਆਂ ਨੂੰ, ਔਰਤਾਂ ਨੂੰ ਜਿਹੜੀਆਂ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਤੁਹਾਨੂੰ ਵੀ ਕਰਨੀਆਂ ਪਈਆਂ ਹੋਣਗੀਆਂ, ਤਾਂ ਉਸ ਟਾਈਮ 'ਤੇ ਮਾਂ ਪਿਓ ਦਾ ਸਾਥ ਕਿੰਨਾ ਕੁ ਜਿਹੜਾ ਉਹ ਤੁਹਾਨੂੰ ਵਧੀਆ ਲੱਗਿਆ? ਮੇਰੀ ਲਾਈਫ ਦੇ ਵਿੱਚ ਜਿਹੜੀਆਂ ਔਂਕੜਾਂ ਦੇਖੋ ਹਰ ਇੱਕ ਦੀ ਜ਼ਿੰਦਗੀ 'ਚ ਆਉਂਦੀਆਂ, ਪ੍ਰੋਬਲਮਸ ਤੇ ਹਰ ਜਗ੍ਹਾ 'ਤੇ ਹੁੰਦੀਆਂ ਹੀ ਨੇ, ਲੇਕਿਨ ਮੇਰੀ ਜ਼ਿੰਦਗੀ ਦੇ ਜਿਹੜੇ 2 ਪਿਲਰਸ ਨੇ ਉਹ ਮੇਰੇ ਮਾਤਾ ਪਿਤਾ ਨੇ। ਉਹਨਾਂ ਨੇ ਹਰ ਮੁਸ਼ਕਿਲ ਦੇ ਵਿੱਚ ਮੇਰਾ ਸਾਥ ਦਿੱਤਾ ਔਰ ਮੈਨੂੰ ਹਰ ਮੁਸ਼ਕਿਲ ਦੇ ਵਿੱਚੋਂ ਬਾਹਰ ਕੱਢਣ ਅਤਿਅੰਤ ਉਹਨਾਂ ਨੇ ਪ੍ਰਯਤਨ ਕੀਤਾ। ਉਹਨਾਂ ਨੇ ਮੈਨੂੰ ਸਹੀ ਰਸਤਾ ਦਿਖਾਇਆ ਕਿ ਬਈ ਇਸ ਤਰ੍ਹਾਂ ਨਹੀਂ ਕਰਨਾ ਅਤੇ ਇਸ ਤਰ੍ਹਾਂ ਕਰਨਾ ਔਰ ਮੇਰੇ ਅੱਛੇ ਜਿਹੜੇ ਸੱਚੇ ਸਲਾਹਕਾਰ ਉਹੀ ਦੋਨੋਂ ਨੇ
ਔਰ ਮੈਂ ਉਹਨਾਂ ਦੀ ਸਲਾਹ ਦੇ ਨਾਲ ਚੱਲੀ ਹਾਂ ਔਰ ਅੱਜ ਤੱਕ ਇੱਥੋਂ ਤੱਕ ਮੈਂ ਜੋ ਵੀ ਹਾਸਿਲ ਕਰ ਪਾਈ ਹਾਂ ਪਰਮਾਤਮਾ ਦੇ ਦਇਆ ਨਾਲ, ਉਹਨਾਂ ਦੇ ਕਿਉਂਕਿ ਮਾਂ-ਬਾਪ ਵਿੱਚ ਹੀ ਪਰਮਾਤਮਾ ਮੈਂ ਦੇਖਦੀ ਹਾਂ। ਔਰ ਮੈਂ ਸਭ ਤੋਂ ਵੱਡੀ ਗੱਲ ਇਹ ਕਹਿਣਾ ਚਾਹਾਂਗੀ ਅੱਜ ਦੇ ਯੰਗਸਟਰਸ ਨੂੰ ਕਿ ਤੁਸੀਂ ਆਪਣੇ ਪੇਰੈਂਟਸ 'ਤੇ ਵਿਸ਼ਵਾਸ ਰੱਖੋ, ਕਿਉਂਕਿ ਉਹ ਤੁਹਾਡੇ ਵਾਸਤੇ ਕਦੀ ਵੀ ਬੁਰਾ ਨਹੀਂ ਸੋਚਦੇ। ਔਰ ਉਹਨਾਂ ਦੇ ਨਾਲ ਤੁਸੀਂ ਆਪਣੀ ਦਿਲ ਖੋਲ੍ਹ ਕੇ ਆਪਣੀ ਜਿਹੜੀ ਗੱਲ ਹੈ ਉਹ ਰੱਖ ਸਕਦੇ ਹੋ, ਆਪਣੀ ਪ੍ਰੋਬਲਮ ਨੂੰ ਉਹਨਾਂ ਦੇ ਅੱਗੇ ਰੱਖ ਸਕਦੇ ਹੋ, ਤੁਹਾਨੂੰ ਹਮੇਸ਼ਾ ਸਹੀ ਰਸਤਾ ਦਿਖਾਉਣਗੇ। ਔਰ ਮੈਂ ਇਹੀ ਕਰਦੀ ਆ ਰਹੀ ਹਾਂ ਔਰ ਅੱਜ ਤੱਕ ਮੈਂ ਇਹੀ ਕਰਦੀ ਹਾਂ। 21ਵੀਂ ਸਦੀ ਦਾ ਭਾਰਤ ਜੀ ਰਹੇ ਸੀ, ਪਰ ਅੱਜ ਵੀ ਕੁਝ ਲੋਕ ਨੇ, ਕੁਝ ਨਹੀਂ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਫੀਮੇਲ ਫਿਟਸੈਡ ਨੂੰ ਜ਼ਿਆਦਾ ਬੜਾਵਾ ਦਿੰਦੇ ਨੇ, ਕੁੱਖਾਂ 'ਚ ਧੀਆਂ ਨੂੰ ਮਾਰ ਦਿੰਦੇ ਨੇ, ਮੇਰੀ ਧੀਆਂ ਨੂੰ ਕਲੰਕ ਸਮਝਦੇ ਨੇ। ਉਹਨਾਂ ਬਾਰੇ ਕੁਝ ਕੰਮ ਕੀਤਾ ਤੁਸੀਂ? ਮੈਂ ਐਕਚੁਅਲੀ ਭਰੂਣ ਹੱਤਿਆ 'ਤੇ ਬਹੁਤ ਜ਼ਿਆਦਾ ਕੰਮ ਕੀਤਾ ਹੈ ਸਿਕੰਦਰ ਜੀ। ਜਿਸ ਤਰ੍ਹਾਂ ਕਿ ਫੀਮੇਲ ਫਿਟੀਸਾਈਡ ਇੱਕ ਇਹੋ ਜਿਹਾ ਕਲੰਕ ਹੈ ਸਾਡੇ ਸਮਾਜ ਦੇ ਉੱਤੇ, ਸਪੈਸ਼ਲੀ ਜਿਹੜੀ ਭਾਰਤ ਦੀ ਧਰਤੀ ਹੈ। ਤੁਸੀਂ ਦੇਖੋ ਇੱਥੇ ਮਾਤਾ ਦੇਵੀ ਦੀ ਪੂਜਾ ਕਰਦੇ ਨੇ ਅਤੇ ਉਹੀ ਜਿਹੜੀ ਔਰਤ ਹੈ ਉਹਨੂੰ ਕੁੱਖਾਂ ਦੇ ਵਿੱਚ ਮਾਰ ਦਿੰਦੇ ਨੇ। ਔਰ ਔਰਤ ਜਿਹੜੀ ਹੈ ਉਹੀ ਜਨਨੀ ਹੈ, ਸਾਰਾ ਸੰਸਾਰ ਹੀ ਜਿਹੜੀ ਹੈ ਉਹਨਾਂ ਨੇ ਜਿਹੜਾ ਔਰਤ ਦੇ ਥਰੂ ਜੰਮਿਆ ਹੈ, ਉਪਜਿਆ ਹੈ। ਅਤੇ ਇਹ ਚੀਜ਼ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਅਨਫੋਰਚੂਨੇਟ ਹੈ ਸਾਡੇ ਸਮਾਜ ਦੇ ਵਿੱਚ। ਔਰ ਇਹਨੂੰ ਘੱਟ ਕਰਨ ਦੇ ਲਈ ਜਿੰਨਾ ਕੰਟੇਨ ਕਰ ਸਕਦੇ ਹਾਂ ਉਹਦੇ ਵਾਸਤੇ ਅਵੇਅਰਨੈਸ ਦੀ ਲੋੜ ਹੈ। ਔਰ ਮੈਂ ਪੂਰੇ ਸਮਾਜ ਦੇ ਵਿੱਚ ਇਹ ਮੈਸੇਜ ਬਾਰ-ਬਾਰ ਹੁਣ ਤੱਕ ਦਿੰਦੀ ਆਈ ਹਾਂ। ਬਹੁਤ ਸਾਰੀਆਂ ਪੰਜਾਬੀ 'ਚ ਮੈਂ ਕਵਿਤਾਵਾਂ ਵੀ ਪੇਸ਼ ਕੀਤੀਆਂ ਔਰ ਬੜੇ ਸਟੇਟ ਲੈਵਲ, ਨੈਸ਼ਨਲ ਲੈਵਲ, ਇੰਟਰਨੈਸ਼ਨਲ ਲੈਵਲ 'ਤੇ ਭਰੂਣ ਹੱਤਿਆ ਬਾਰੇ ਮੈਂ ਬੜਾ ਅਵੇਅਰ ਕੀਤਾ ਲੋਕਾਂ ਨੂੰ ਔਰ ਕਾਫੀ ਸਾਰੀ ਐਪਰੀਸੀਏਸ਼ਨ ਵੀ ਮਿਲੀ। ਔਰ ਮੈਨੂੰ ਲੱਗਦਾ ਹੈ ਕਿ ਮੈਂ ਕੁਝ ਕੰਟਰੀਬਿਊਟ ਕਰ ਪਾਈ ਹਾਂ ਇਹਨੂੰ ਘਟਾਉਣ ਦੇ ਲਈ। ਵਿਮਨ ਐਮਪਾਵਰਮੈਂਟ ਬਾਰੇ ਕੀ ਕੁਝ ਖਾਸ ਤੁਸੀਂ ਕਰ ਸਕੇ ਹੋ ਸੋਸਾਇਟੀ ਵਿੱਚ, ਉਹਦੇ ਬਾਰੇ? ਹਾਂਜੀ, ਵੂਮਨ ਇੰਪਾਵਰਮੈਂਟ ਦੀ ਐਗਜ਼ਾਮਪਲ ਬਣਨ ਵਾਸਤੇ ਉਹਦੀ ਆਪਣੇ ਆਪ ਨੂੰ ਪਹਿਲੇ ਅਸੀਂ ਆਪਣੇ 'ਤੇ ਇੰਪਲੀਮੈਂਟ ਕਰੀਏ ਕਿ ਅਸੀਂ ਬਾਕੀਆਂ ਵਾਸਤੇ ਕਿਸ ਤਰ੍ਹਾਂ ਰੋਲ ਮਾਡਲ ਹੋ ਸਕਦੇ ਹਾਂ। ਪਰ ਮੇਰੀ ਜਿਹੜੀ ਮਨਸ਼ਾ ਹੈ ਉਹ ਰੋਲ ਮਾਡਲ ਬਣਨ ਦੀ ਕੋਈ ਇਹ ਨਹੀਂ ਹੈ ਕਿ ਮੈਨੂੰ ਕੋਈ ਮਤਲਬ ਟੈਗ ਕੀਤਾ ਜਾਵੇ ਕਿਸੇ ਤਰ੍ਹਾਂ ਕਿ ਮੈਂ ਰੋਲ ਮਾਡਲ ਹਾਂ। ਮੇਰੀ ਇਹ ਨਹੀਂ ਹੈ, ਮੇਰਾ ਇਹ ਮਨ ਦੀ ਇੱਛਾ ਹੈਗੀ ਹੈ ਕਿ ਮੈਂ ਕੁਛ ਨਾ ਕੁਛ ਕਰ ਪਾਵਾਂ ਔਰਤਾਂ ਦੇ ਲਈ। ਅਤੇ ਉਹਦੇ ਵਾਸਤੇ ਮੈਂ ਲਗਾਤਾਰ, ਜਿਸ ਤਰ੍ਹਾਂ ਕਿ ਲੇਡੀਜ਼ ਵਾਸਤੇ ਮੈਂ ਸਲਮ ਏਰੀਆਜ਼ 'ਚ ਵੀ ਗਈ ਹਾਂ, ਉਹਨਾਂ ਨੂੰ ਉੱਥੇ ਜਿਹੜੀ ਹਾਈਜੀਨ ਦੀ ਪ੍ਰੋਬਲਮ ਹੈ, ਉਹਨਾਂ ਨੂੰ ਮਤਲਬ ਪਤਾ ਹੀ ਨਹੀਂ ਹੈ ਕਿ ਹਾਈਜੀਨ ਕਿਸ ਤਰ੍ਹਾਂ ਰਹਿਣਾ ਹੈ, ਜਾਂ ਉਹਨਾਂ ਨੂੰ ਸੈਨੀਟਰੀ ਨੈਪਕਿਨਸ ਵਗੈਰਾ ਵੰਡੇ ਹੈ। ਬੜਾ ਕੰਮ ਕੀਤਾ, ਉਹਨਾਂ ਨੂੰ ਪੀਰੀਅਡਸ ਬਾਰੇ ਅਵੇਅਰ ਕਰਾਇਆ, ਉਹਨਾਂ ਨੂੰ ਸੈਕਸ ਐਜੂਕੇਸ਼ਨ ਵੀ ਦਿੱਤੀ। ਔਰ ਇਹ ਸਾਰੀਆਂ ਚੀਜ਼ਾਂ ਜਿਹੜੇ ਅਨਫੋਰਚੂਨੇਟ ਲੋਕ ਨੇ ਜਿਨ੍ਹਾਂ ਨੂੰ ਨਹੀਂ ਪਤਾ, ਉਹ ਕਿਸੇ ਨਾ ਕਿਸੇ ਪ੍ਰੋਬਲਮ 'ਚ ਫਸ ਸਕਦੇ ਨੇ। ਇਸ ਕਰਕੇ ਲੜਕੀਆਂ ਨੂੰ ਪਹਿਲੇ ਹੀ ਅਵੇਅਰ ਕਰਾਉਣਾ ਬਹੁਤ ਜ਼ਰੂਰੀ ਹੈ। ਇਹ ਸਾਰਾ ਮੈਂ ਕੰਮ ਕਰ ਚੁੱਕੀ ਹਾਂ ਔਰ ਲੋਕਾਂ ਨੂੰ ਇਹ ਸਮਝਾਇਆ ਵਾਰ-ਵਾਰ ਜਾ ਕੇ ਕਿ देयर इज़ नो डिस्क्रिमिनेशन, कोई जेंडर ਦਾ ਫਰਕ ਨਹੀਂ ਹੈ। ਲੜਕੇ ਔਰ ਲੜਕੀਆਂ 'ਚ ਬਰਾਬਰੀ ਇੱਕੋ ਜਿਹੀ ਸਮਝੋ, ਉਹਨਾਂ ਨੂੰ ਇਕੁਅਲ ਟਰੀਟ ਕਰੋ। ਅਤੇ ਨਾਲ ਹੀ ਵੂਮਨ ਇੰਪਾਵਰਮੈਂਟ ਦੇ ਲਈ ਜੋ ਮੈਂ ਹੁਣ ਕੰਮ ਕਰ ਰਹੀ ਹਾਂ ਪਿਛਲੇ 2 ਸਾਲਾਂ ਤੋਂ, ਅਸੀਂ ਹਰ ਬੱਚੀ ਨੂੰ ਇੰਡੀਪੈਂਡੈਂਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਤਾਂ ਪੇਰੈਂਟਸ ਨੂੰ ਕੌਨਫੀਡੈਂਸ 'ਚ ਲੈ ਕੇ ਅਤੇ ਉਹਨਾਂ ਨੂੰ ਇਹ ਸਮਝਾ ਕੇ ਕਿ ਤੁਹਾਡੀ ਬੱਚੀ ਨੂੰ ਪੜ੍ਹਨ ਦਾ ਮੌਕਾ ਦਿਓ, ਉਹਨਾਂ ਨੂੰ ਐਜੂਕੇਟਿਡ ਕਰੋ, ਕਿਉਂਕਿ ਪੜ੍ਹਾਈ ਜਿਹੜਾ ਇੱਕ ਬੜਾ ਹੀ ਅੱਛਾ ਹਥਿਆਰ ਹੈ ਹਰ ਇੱਕ ਦੇ ਹੱਥ ਵਿੱਚ, ਸਪੈਸ਼ਲੀ ਫॉर ਵੂਮਨ। ਉਹਨਾਂ ਨੂੰ ਇੰਡੀਪੈਂਡੈਂਟ ਬਣਾਉਣ ਲਈ ਅਸੀਂ ਉਹਨਾਂ ਨੂੰ ਬਣਾ ਰਹੇ ਹਾਂ ਐਂਟਰਪ੍ਰੈਨਿਓਰਸ। ਉਹ ਆਪਣੀ ਕੰਪਨੀ ਖੁਦ ਖੋਲ੍ਹਣ, ਕਿਉਂਕਿ ਮੈਂ ਪਿਛਲੇ 4 ਸਾਲਾਂ ਤੋਂ ਹਾਰਵਰਡ ਯੂਨੀਵਰਸਿਟੀ, ਸਟੈਨਫੋਰਡ ਯੂਨੀਵਰਸਿਟੀ USA, ਕੈਂਬਰਿਜ ਐਂਡ ਆਕਸਫੋਰਡ ਯੂਨੀਵਰਸਿਟੀ, ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਅਤੇ ਹੋਰ ਵੀ ਜਿੰਨੀਆਂ ਵੀ ਐਲੀਟ ਯੂਨੀਵਰਸਿਟੀਜ਼ ਨੇ ਪੂਰੀ ਦੁਨੀਆ ਦੇ ਵਿੱਚ, ਉਹਨਾਂ ਦੇ ਨਾਲ ਅਟੈਚਡ ਹਾਂ। ਔਰ ਮੈਂ ਯੂਥ ਲੈਬ ਕੋਲੋਰਾਡੋ USA, ਜਿਹੜੀ ਕਿ ਕੋਲੋਰਾਡੋ ਸਟੇਟ ਯੂਨੀਵਰਸਿਟੀ ਤੋਂ ਨਿਕਲੀ ਹੈ, ਉਸ ਹੱਬ ਦੀ ਮੈਂ ਇੰਟਰਨੈਸ਼ਨਲ ਡਾਇਰੈਕਟਰ ਹਾਂ ਔਰ ਬ੍ਰਾਂਡ ਅੰਬੈਸਡਰ ਹਾਂ ਔਰ ਚੀਫ ਕੋਆਰਡੀਨੇਟਰ ਹਾਂ। ਉਹਨਾਂ ਨੂੰ, ਉਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਕੋਵਿਡ ਦੇ ਵਿੱਚ ਜਿਹੜਾ ਪੋਸੀਬਲ ਹੋਇਆ, ਮੈਂ ਔਨਲਾਈਨ ਪ੍ਰੋਗਰਾਮ ਜਿਹੜੇ ਭਾਰਤ ਵਿੱਚ ਸ਼ੁਰੂ ਕਰਾਏ ਨੇ, ਜਿਹਦੇ ਵਿੱਚ ਅਸੀਂ ਸਪੈਸ਼ਲੀ ਸਿਰਫ ਲੜਕੀਆਂ ਨਹੀਂ, ਲੜਕੇ ਵੀ ਕਰ ਸਕਦੇ ਨੇ। ਔਰ ਔਰਤਾਂ ਦੇ ਲਈ ਸਪੈਸ਼ਲੀ ਵੂਮਨ ਐਂਟਰਪ੍ਰੈਨਿਓਰਸ਼ਿਪ ਇੰਸਟੀਚਿਊਟ ਜਿਹੜਾ ਹੈ ਉਹਨੂੰ ਇੰਟਰੋਡਿਊਸ ਕੀਤਾ ਹੈ, ਉਹਨੂੰ ਲਾਂਚ ਕੀਤਾ ਗਿਆ ਹੈ ਇੰਡੀਆ ਦੇ ਵਿੱਚ, ਜਿਹਦੇ ਵਿੱਚ ਅਸੀਂ ਬੱਚੀਆਂ ਨੂੰ ਬਿਜ਼ਨਸ ਐਕਿਊਮੈਨ ਦਿੰਦੇ ਹਾਂ, ਜਿਨ੍ਹਾਂ ਨੂੰ ਆਪਣੇ ਖੁਦ ਦੇ ਸਟਾਰਟਅਪਸ ਕਿਸ ਤਰ੍ਹਾਂ ਕਰਨ, ਚਾਹੇ ਛੋਟਾ ਸਟੈਪ ਲੈ ਕੇ ਕਰਨ, ਲੇਕਿਨ ਕਰਨ, ਤਾਂ ਕਿ ਉਹ ਜਲਦੀ ਨਾਲ ਪਹਿਲੇ ਹੀ ਅਰਲੀ ਔਨ ਆਪਣੇ ਜ਼ਿੰਦਗੀ ਦੇ ਵਿੱਚ ਲਰਨ ਕਰ ਸਕਣ, ਅਰਨ ਕਰ ਸਕਣ ਅਤੇ ਗਰੋ ਕਰ ਸਕਣ। ਅੰਚਲ ਜੀ, ਕਾਫੀ ਸਮਾਂ ਪਿਛਲਾ ਜਿਹੜਾ ਸਾਲ ਹੈ, ਕਾਫੀ ਕਰੋਨਾ ਦੇ ਵਿੱਚ ਹੀ ਲੋਕ ਉਲਝੇ ਰਹੇ, ਅਤੇ ਉਸ ਦੌਰਾਨ ਤੁਸੀਂ ਕੀ ਖਾਸ ਕੀਤਾ ਸੁਸਾਇਟੀ ਵਾਸਤੇ? ਸਿਕੰਦਰ ਜੀ, ਮੈਂ ਐਕਚੁਅਲੀ ਮੇਰੇ ਅੰਦਰ ਨਾ ਇੱਕ ਇਹੋ ਜਿਹਾ ਜਜ਼ਬਾ ਪਰਮਾਤਮਾ ਨੇ ਜਿਹੜਾ ਹੈ ਉਹ ਗਿਫਟ ਕੀਤਾ ਹੈ ਕਿ ਮੈਂ ਕਿਸੇ ਦੇ ਦੁੱਖ ਨੂੰ ਵੇਖ ਕੇ ਨਾ ਰਹਿ ਨਹੀਂ ਸਕਦੀ। ਮੈਂ ਬੜੀ ਇਮੋਸ਼ਨਲ ਹਾਂ ਔਰ ਮੇਰਾ ਹਮੇਸ਼ਾ ਹੀ ਇਹ ਜਜ਼ਬਾ ਰਿਹਾ ਕਿ ਮੈਂ ਕੁਛ ਨਾ ਕੁਛ ਸਮਾਜ ਦੇ ਵਾਸਤੇ ਕਰਦੀ ਰਵਾਂ। ਔਰ ਮੈਂ ਹਮੇਸ਼ਾ
ਇਸ ਪੱਖੋਂ ਸਰਖੁਰੂ ਰਹਿੰਦੀ ਹਾਂ ਕਿਉਂਕਿ ਕਰੋਨਾ ਦੇ ਵਿੱਚ ਜਿਸ ਤਰ੍ਹਾਂ ਮੈਂ ਦੇਖ ਰਹੀ ਸੀ ਕਿ ਪੂਰਾ ਲੋਕਡਾਊਨ ਹੋ ਗਿਆ, ਕਈ ਲੋਕਾਂ ਦੀ ਜਿਹੜੀ ਹੈ ਉਹ ਉਹਨਾਂ ਦੇ ਰੋਜ਼ਗਾਰ ਬੰਦ ਹੋ ਗਏ, ਉਹਨਾਂ ਨੂੰ ਅਰਨਿੰਗ ਨਹੀਂ ਹੋ ਰਹੀ, ਜਾਂ ਜਿਹੜੇ ਅਨਫੋਰਚੂਨੇਟ ਲੋਕ ਨੇ, ਜਿਹੜੇ ਸਲਮ ਏਰੀਆਜ਼ 'ਚ ਲੋਕ ਰਹਿੰਦੇ ਨੇ, ਜਿਹੜੇ ਗਰੀਬ ਲੋਕ ਨੇ, ਉਹਨਾਂ ਦੇ ਕੰਮ ਧੰਦੇ ਬੰਦ ਹੋਣ ਕਰਕੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਭੁੱਖਮਰੀ ਵੀ ਪਈ। ਹਾਲਾਂਕਿ ਸਾਡੀ ਸਰਕਾਰ ਨੇ ਬੜਾ ਕੰਮ ਕੀਤਾ, ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ, ਉਹਨਾਂ ਨੇ ਇੰਨਾ ਵਧੀਆ ਜਿਹੜੇ ਇਨੀਸ਼ੀਏਟਿਵ ਸਾਰਾ ਇਸ ਟਾਈਮ ਤੇ ਲਿੱਤੇ ਨੇ ਕਿ ਉਹਨਾਂ ਦੇ ਵੱਲੋਂ ਸਾਰੇ ਸਾਡੇ ਜਿਹੜੇ ਸਪੋਰਟਸ ਤੇ NRI ਤੇ ਯੂਥ ਅਫੇਅਰਸ ਦੇ ਮਿਨਿਸਟਰ ਨੇ ਰਾਣਾ ਗੁਰਮੀਤ ਸਿੰਘ ਸੋਢੀ ਜੀ, ਉਹਨਾਂ ਵੱਲੋਂ ਵੀ ਬੜੇ ਹੀ ਇਨੀਸ਼ੀਏਟਿਵ ਆਪਣੇ ਸਾਰੇ ਹਲਕੇ ਦੇ ਵਿੱਚ ਔਰ ਸਾਰੀਆਂ ਜਗ੍ਹਾ ਤੇ ਇਹ ਕਰਦੇ ਰਹੇ ਨੇ। ਉਹਨਾਂ ਦੇ ਥਰੂ ਜਿਹੜਾ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਬਣਿਆ ਹੈ, ਉਹਦੇ ਵਾਸਤੇ ਅਸੀਂ ਆਪਣੇ ਇਨੀਸ਼ੀਏਟਿਵਸ ਲਿੱਤੇ। ਕਰੋਨਾ ਦੇ ਵਿੱਚ ਅਸੀਂ ਘਰੋਂ ਘਰੀ ਗਏ ਹਾਂ, CM ਸਾਹਿਬ ਦਾ ਜਿਹੜਾ ਮਿਸ਼ਨ ਫਤਿਹ ਉਹਨੂੰ ਇੰਪਲੀਮੈਂਟ ਕੀਤਾ। ਮੈਂ ਸਾਰੇ ਅੰਮ੍ਰਿਤਸਰ ਦੇ ਵਿੱਚ ਵੀ ਹੋਰ ਬਾਕੀ ਜਿਹੜੇ ਜ਼ਿਲ੍ਹੇ ਨੇ ਉਹਨਾਂ ਵਿੱਚ ਵੀ ਗਈ ਹਾਂ, ਔਰ ਘਰੋਂ ਘਰੀ ਜਾ ਕੇ ਅਸੀਂ ਸੋਸ਼ਲ ਡਿਸਟੈਂਸਿੰਗ ਬਾਰੇ ਦੱਸਿਆ, ਕਿਸ ਤਰ੍ਹਾਂ ਤੁਸੀਂ ਪ੍ਰੀਕਾਸ਼ਨਸ ਲੈਣੀਆਂ ਨੇ, ਗਵਰਨਮੈਂਟ ਦੀਆਂ, ਸੈਂਟਰਲ ਗਵਰਨਮੈਂਟ ਦੀਆਂ ਤੇ ਸਟੇਟ ਗਵਰਨਮੈਂਟ ਦੀਆਂ ਕਿਹੜੀਆਂ ਹਿਦਾਇਤਾਂ ਨੇ ਜਿਹਨੂੰ ਤੁਹਾਨੂੰ ਮੰਨਣਾ ਬਹੁਤ ਜ਼ਰੂਰੀ ਹੈ, ਜਿਹਨੂੰ ਲਾਗੂ ਕਰਵਾਇਆ ਗਿਆ। ਔਰ ਫਿਰ ਮਾਸਕ ਜਿਹੜਾ ਹੈ ਉਹ ਕਿਸ ਤਰ੍ਹਾਂ ਪਾਉਣਾ ਚਾਹੀਦਾ ਹੈ, ਔਰ ਮਾਸਕ ਕਿਸ ਤਰ੍ਹਾਂ ਉਤਾਰਨਾ ਹੈ, ਔਰ ਮਾਸਕ ਵੰਡੇ ਵੀ ਨੇ, ਸਾਬਣ, ਮਾਸਕ ਔਰ ਸੈਨੀਟਾਈਜ਼ਰਸ ਔਰ ਰਾਸ਼ਨ ਸਾਰਾ ਕੁਝ ਅਸੀਂ ਡਿਸਟ੍ਰੀਬਿਊਟ ਕਰਦੇ ਰਹੇ ਹਾਂ। ਮੈਂ ਆਪਣੀ ਆਰਗੇਨਾਈਜੇਸ਼ਨ ਇਨਵਾਇਰੋ ਵਰਲਡ ਆਰਗੇਨਾਈਜੇਸ਼ਨ ਦੀ ਫਾਊਂਡਰ ਪ੍ਰੈਜ਼ੀਡੈਂਟ ਹਾਂ। ਉਹਨਾਂ ਵੱਲੋਂ ਵੀ ਸਾਡੀ ਜਿਹੜੀ ਟੀਮ ਹੈ ਉਹ ਘਰੋਂ ਘਰੀ ਜਾ ਕੇ ਅਸੀਂ ਸਲਮ ਏਰੀਆਜ਼ 'ਚ ਗਏ। ਮੈਂ ਘੱਟੋ ਘੱਟ ਵੀ 80 ਤੋਂ 90 ਜਿਹੜੇ ਗਰੀਬ ਘਰਾਂ ਦੇ ਵਿੱਚ ਪਰਸਨਲੀ ਗਈ ਹਾਂ, ਔਰ ਪੂਰੇ ਪ੍ਰੋਟੋਕੋਲਸ ਫੋਲੋ ਕਰਕੇ ਤੇ ਉੱਥੇ ਜਾ ਕੇ ਉਹਨਾਂ ਲੋਕਾਂ ਨੂੰ ਮੈਂ ਦੇਖਿਆ ਕਿ ਇਕੱਠੇ ਬੈਠੇ ਨੇ, ਉਹਨਾਂ ਨੂੰ ਪਤਾ ਹੀ ਨਹੀਂ, ਕਿਉਂਕਿ ਜਿਹੜੇ ਲੋਕਾਂ ਕੋਲ TV ਰੇਡੀਓਜ਼ ਜਾਂ ਕਾਰ ਦੇ ਵਿੱਚ ਰੇਡੀਓ ਹੈ ਜਾਂ ਜਿਨ੍ਹਾਂ ਨੂੰ ਪਤਾ ਹੈ ਉਹ ਤਾਂ ਪ੍ਰੋਟੋਕੋਲ ਲੈਣਗੇ, ਪਰ ਜਿਹੜੇ ਅਨਫੋਰਚੂਨੇਟ ਲੋਕ ਨੇ ਮੈਂ ਹਮੇਸ਼ਾ ਸੋਚਦੀ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਅਵੇਅਰਨੈਸ ਹੋਏਗੀ, ਤੇ ਉਹਨਾਂ ਨੂੰ ਤਾਂ ਅਸੀਂ ਜਾ ਕੇ ਦੱਸਾਂਗੇ ਤੇ ਪਤਾ ਲੱਗੇਗਾ। ਤੇ ਉਹਨਾਂ ਨੂੰ ਜਾ ਕੇ ਅਸੀਂ ਸੋਸ਼ਲ ਡਿਸਟੈਂਸਿੰਗ ਬਾਰੇ ਮੈਂ ਉਹਨਾਂ ਨੂੰ ਕਾਫੀ ਲੈਕਚਰ ਵੀ ਦਿੱਤਾ, ਉਹਨਾਂ ਨੂੰ ਸਮਝਾਇਆ ਵੀ, ਉਹਨਾਂ ਨੂੰ ਅਸੀਂ ਡੈਮੋਜ਼ ਦਿੱਤੀਆਂ ਕਿ ਕਿਸ ਤਰ੍ਹਾਂ ਤੁਸੀਂ ਬੈਠਣਾ ਹੈ, ਕਿੰਨਾ 6 ਫੀਟ ਦੀ ਦੂਰੀ ਰੱਖੋ, ਔਰ ਕਿਸ ਤਰ੍ਹਾਂ ਤੁਸੀਂ ਆਪਣੀ ਡਾਈਟ ਦਾ ਵੀ ਧਿਆਨ ਰੱਖੋ, ਪਾਣੀ ਪੀਓ, ਹਰ ਟਾਈਮ ਉਹਨੂੰ ਉਬਾਲ ਕੇ ਪੀਓ ਔਰ ਸਟੀਮ ਲਵੋ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਜੋ ਕਿ ਇੱਕ ਆਮ ਬੰਦੇ ਨੂੰ ਦੂਸਰੇ ਦੀ ਹੈਲਪ ਕਰਨ ਵਾਸਤੇ ਕਹਿਣੀਆਂ ਚਾਹੀਦੀਆਂ, ਉਹ ਮੈਂ ਲਗਾਤਾਰ ਕਰਦੀ ਰਹੀ ਹਾਂ। ਔਰ ਇਹਦੇ ਵਿੱਚ ਇੱਕ ਹੋਰ ਮੈਂ ਗੱਲ ਕਹਿਣਾ ਚਾਹਾਂਗੀ, ਕਰੋਨਾ ਦੇ ਟਾਈਮ ਤੇ ਜਿਹੜੇ ਸਟਰੇ ਡੌਗਸ ਨੇ, ਜਿਹੜੇ ਸਟਰੇ ਐਨੀਮਲਸ ਨੇ, ਜਿਵੇਂ ਸਟਰੇ ਕਾਊਜ਼ ਨੇ ਜਿਹੜੀਆਂ ਸੜਕਾਂ ਤੇ ਜਿਹੜੇ ਘੁੰਮਦੇ ਰਹੇ, ਉਹ ਕਿੱਥੇ ਜਾਣ, ਉਹਨਾਂ ਨੂੰ ਤਾਂ ਕੁਝ ਵੀ ਨਹੀਂ ਮਿਲਿਆ। ਤੇ ਮੈਂ ਜਿੰਨਾ ਹੋ ਸਕਦਾ ਸੀ ਪਰਮਾਤਮਾ ਦੀ ਕਿਰਪਾ ਨਾਲ ਜਿੰਨਾ ਮੈਂ ਕਰ ਸਕਦੀ ਹਾਂ ਉਹਨਾਂ ਨੂੰ, ਸਟਰੇ ਡੌਗਸ ਨੂੰ ਵੀ ਔਰ ਜਿਹੜੇ ਐਨੀਮਲਸ, ਜਿਹੜੇ ਕਾਊਜ਼ ਵਗੈਰਾ ਸਾਰੇ, ਮੈਂ ਕਈ ਵਾਰੀ ਉੱਥੇ ਉਹਨਾਂ ਨੂੰ ਵੀ ਜਿਹੜਾ ਫੀਡ ਅਸੀਂ ਕਰ ਸਕਦੇ ਹਾਂ, ਤੇ ਮੇਰੀ ਟੀਮ ਤੇ ਮੈਂ ਹਮੇਸ਼ਾ ਉਹਨਾਂ ਨੂੰ ਵੀ ਕਰੋਨਾ ਦੇ ਕਾਲ ਦੇ ਵਿੱਚ ਕਾਫੀ ਕੀਤਾ। ਇੱਕ ਨਿਸ਼ਾਨਾ ਹੁੰਦਾ ਹੈ ਬੰਦੇ ਦਾ ਵੀ ਆਹ ਨਿਸ਼ਾਨਾ ਹੈ, ਇਹਨੂੰ ਮੈਂ ਗੋਲ ਨੂੰ ਅਚੀਵ ਕਰ ਲਿਆ ਤੇ ਮੈਂ ਸੰਤੁਸ਼ਟ ਹਾਂ। ਕਿਹੜਾ ਨਿਸ਼ਾਨਾ ਤੁਹਾਡਾ ਜਿਹੜਾ ਉਹ ਨਿਸ਼ਾਨਾ ਲਗਾ ਕੇ ਤੁਸੀਂ ਸੰਤੁਸ਼ਟੀ ਮਹਿਸੂਸ ਕਰੋਗੇ? ਮੈਂ ਜਿਹੜਾ ਆਪਣਾ ਇੱਕ ਕੋਈ ਗੋਲ ਜਿਹੜਾ ਹੁੰਦਾ ਹੈ ਉਹ ਫਿਕਸ ਕਰਦੀ ਹਾਂ, ਉਹਨੂੰ ਅਚੀਵ ਕਰਦੀ ਹਾਂ, ਔਰ ਉਸ ਤੋਂ ਬਾਅਦ ਫਿਰ ਅਗਲਾ ਕੰਮ ਫੜਦੀ ਹਾਂ। ਮਤਲਬ ਇਸ ਤਰ੍ਹਾਂ ਨਹੀਂ ਹੈ ਕਿ ਇੱਕ ਚੀਜ਼ ਕਰ ਲਈ ਔਰ ਜ਼ਿੰਦਗੀ ਦੇ ਵਿੱਚ ਉਹ ਸੈਟਿਸਫੈਕਸ਼ਨ ਹੋ ਗਈ ਔਰ ਹੁਣ ਬਸ ਖਤਮ ਕਰ ਦਿਓ, ਬੈਠ ਜਾਓ। ਦਿਸ ਇਜ਼ ਨਾਟ ਲਾਈਕ ਦੈਟ। ਮੈਨੂੰ ਲੱਗਦਾ ਹੈ ਕਿ ਡਿਸਕੰਟੈਂਟਮੈਂਟ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਕੰਟੈਂਟਡ ਹੋ ਜਾਂਦੇ ਹੋ ਤੇ ਤੁਸੀਂ ਆਲਸੀ ਬਣ ਜਾਂਦੇ ਹੋ, ਤੁਸੀਂ ਲੇਜ਼ੀ ਹੋ ਜਾਂਦੇ ਹੋ, ਤੁਸੀਂ ਲੇਡ ਬੈਕ ਹੋ ਜਾਂਦੇ ਹੋ। ਮੇਰਾ ਹਮੇਸ਼ਾ ਇਹ ਚੱਲਦਾ ਰਹਿੰਦਾ ਬੈਕ ਟੂ ਬੈਕ ਕਿ ਜੇ ਇੱਕ ਕੰਮ ਹੋ ਗਿਆ ਉਸ ਤੋਂ ਅਗਲਾ ਕੀ ਕਰਨਾ ਹੈ, ਤਾਂ ਕਿ ਮੈਂ ਕਮਿਊਨਿਟੀ ਦੇ ਵਾਸਤੇ ਕੁਝ ਕਰ ਸਕਾਂ, ਆਪਣੀ ਸੁਸਾਇਟੀ ਦੇ ਵਿੱਚ ਕੁਝ ਵੈਲਿਊ ਐਡੀਸ਼ਨ ਕਰ ਸਕਾਂ। ਮੇਰਾ ਪਰਪਸ ਕੀ ਹੈ ਇਸ ਦੁਨੀਆ ਤੇ ਆਉਣ ਦਾ, ਮੈਂ ਉਹ ਲਗਾਤਾਰ ਲੱਭਣ ਤੇ ਲੱਗੀ ਰਹਿੰਦੀ ਹਾਂ। ਔਰ ਜਿਹੜੇ ਵੀ ਕੰਮ ਕਰਦੀ ਹਾਂ ਮੈਂ, ਹਰ ਕੰਮ ਤਨਦੇਹੀ ਨਾ ਕਰੋ। ਜੇ ਤੁਸੀਂ ਓਨੈਸਟੀ ਦੇ ਨਾਲ ਸਾਰੇ ਕੰਮ ਕਰਦੇ ਹੋ ਤੇ ਤੁਹਾਨੂੰ ਓਬਵੀਅਸਲੀ ਤੁਹਾਨੂੰ ਜਿਹੜਾ ਪੀਸ ਮਿਲੇਗਾ। ਜਿਸ ਦਿਨ ਤੁਸੀਂ, ਮੈਂ ਹਰ ਦਿਨ ਦੀ ਆਊਟਕਮ ਨੂੰ ਵੈਲਿਊ ਕਰਦੀ ਹਾਂ, ਕਿ ਇਵੈਲੂਏਟ ਕਰਦੀ ਹਾਂ ਕਿ ਅੱਜ ਮੈਂ ਕੀ ਇਸ ਤਰ੍ਹਾਂ ਕੀਤਾ, ਜਿਸ ਤਰ੍ਹਾਂ ਮੈਂ ਸੁਸਾਇਟੀ ਦੇ ਵਿੱਚ ਕੁਝ ਐਡ ਕਰ ਪਾਈ ਹਾਂ, ਜਿਸ ਤਰ੍ਹਾਂ ਮੈਂ ਜ਼ਿਆਦਾ ਲੋਕਾਂ ਤੱਕ ਆਪਣਾ ਮੈਸੇਜ ਪਹੁੰਚਾ ਪਾਈ ਹਾਂ। ਔਰ ਅੱਜ ਮੈਂ ਸੋਚ ਰਹੀ ਹਾਂ ਕਿ ਤੁਹਾਡਾ ਬੜਾ ਵਧੀਆ ਇਨੀਸ਼ੀਏਟਿਵ ਹੈ ਕਿ ਦੈਨਿਕ ਸਵੇਰਾ ਦੇ ਵੱਲੋਂ ਮੈਂ ਬਹੁਤ ਸਾਰੇ ਹੋਰ ਲੋਕਾਂ ਤੱਕ ਮੇਰਾ ਮੈਸੇਜ ਜਾਏਗਾ। ਇਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡਾ ਕਾਰਜ ਹੈ, ਬੜਾ ਵਧੀਆ ਕੰਮ ਹੈ। ਤਾਂ ਇਸ ਤਰ੍ਹਾਂ ਮੇਰੇ ਗੋਲ ਜਿਹੜੇ ਨੇ ਉਹ ਅਨਲਿਮਿਟਿਡ, ਇਨਫਾਈਨਾਈਟ ਨੇ, ਪਰ ਮੈਨੂੰ ਪਤਾ ਹੁੰਦਾ ਹੈ ਕਿ ਮੈਂ ਕਿਸ ਟਾਈਮ 'ਤੇ ਕਿਹੜੀ ਚੀਜ਼ ਇੰਪਲੀਮੈਂਟ ਕਰਨੀ। ਮੇਰੇ ਪਾਪਾ ਬੜੀ ਵਾਰੀ ਕਹਿੰਦੇ ਹੁੰਦੇ ਆ ਕਿ ਇੱਕ ਰਾਹ पे जो चले मंजिल को पा गए, एक राह पे जो चले मंजिल को पा गए, राहें बदलने वालों की राह राहों में कट गई। ਤੇ ਅਸੀਂ ਇੱਕ ਰਸਤਾ ਅਪਣਾਈਏ ਔਰ ਤੇ ਪੂਰੀ ਓਨੈਸਟੀ, ਇੰਟੈਗ੍ਰਿਟੀ ਦੇ ਨਾਲ ਚੱਲੀਏ, ਉਸ ਗੋਲ ਨੂੰ ਅਚੀਵ ਕਰੀਏ, ਉਹਦੇ ਨਾਲ ਬਾਕੀ ਵੀ ਸਾਰਿਆਂ ਦਾ ਭਲਾ ਹੋਵੇ ਔਰ ਕਮਿਊਨਿਟੀ ਦਾ ਫਾਇਦਾ ਹੋਵੇ। ਉਸ ਤੋਂ ਬਾਅਦ ਫਿਰ ਅਸੀਂ ਆਪਣਾ ਦੂਸਰਾ ਗੋਲ ਲੈ ਕੇ ਚੱਲੀਏ, ਕਿਉਂਕਿ ਜ਼ਿੰਦਗੀ 'ਚ ਕਦੇ ਇੱਕ ਚੀਜ਼ ਕਰਕੇ ਬੈਠਣਾ, ਮੈਂ ਇਹ ਫਿਲਾਸਫੀ 'ਚ ਵਿਸ਼ਵਾਸ ਨਹੀਂ ਰੱਖਦੀ। ਅੱਛਾ, ਪ੍ਰੋਫੈਸਰ ਅੰਚਲ ਅਰੋੜਾ ਨੂੰ ਜਦੋਂ ਡਾਕਟਰੇਟ ਦੀ ਡਿਗਰੀ ਮਿਲਦੀ ਹੈ ਤਾਂ ਉਦੋਂ ਕੀ ਮਹਿਸੂਸ ਹੁੰਦਾ? ਬਹੁਤ ਵਧੀਆ ਲੱਗਾ। ਜਦੋਂ ਵੀ ਕੋਈ, ਤੁਸੀਂ ਦੇਖੋ ਹਰ ਇਨਸਾਨ ਨੂੰ ਅੱਛਾ ਲੱਗੇਗਾ ਜਦੋਂ ਕੋਈ ਤੁਹਾਡੇ ਪੋਰਟਫੋਲੀਓ ਦੇ ਵਿੱਚ ਕੁਝ ਐਡੀਸ਼ਨ ਹੁੰਦੀ ਹੈ।
ਜਾਂ ਕਿਉਂਕਿ ਉਹਦੇ ਪਿੱਛੇ ਤੁਹਾਡੀ ਸਾਲਾਂ ਦੀ ਕਿੰਨੇ ਸਾਲਾਂ ਦੀ ਮਿਹਨਤ ਹੁੰਦੀ ਹੈ। ਉਸ ਮਿਹਨਤ ਦਾ ਜਦੋਂ ਤੁਹਾਨੂੰ ਫਲ ਮਿਲੇ ਤੇ ਉਹ ਹਮੇਸ਼ਾ ਵਧੀਆ ਹੀ ਲੱਗੇਗਾ। ਮੈਨੂੰ ਬਹੁਤ ਅੱਛਾ ਲੱਗਿਆ ਸੀ PhD ਦੀ ਡਿਗਰੀ, ਕਿਉਂਕਿ ਸਭ ਤੋਂ ਜ਼ਿਆਦਾ ਮੈਂ ਤੁਹਾਨੂੰ ਇਹਦੇ ਪਿੱਛੇ ਇੱਕ ਕਿੱਸਾ ਦੱਸਦੀ ਹਾਂ ਕਿ ਮੈਂ ਜਦੋਂ 3rd ਕਲਾਸ ਦੇ ਵਿੱਚ ਹੈਗੀ ਸੀ, ਕਲਾਸ 3 ਦੇ ਵਿੱਚ, ਮੈਂ ਉਦੋਂ ਹੀ ਆਪਣੀ ਕਾਪੀ ਦੇ ਉੱਤੇ ਡਾਕਟਰ ਲਿਖਣਾ ਸ਼ੁਰੂ ਕਰਤਾ ਸੀ, ਕਿਉਂਕਿ ਮੇਰੇ ਮਾਈਂਡ 'ਚ ਕਿਤੇ ਨਾ ਕਿਤੇ ਮੈਂ ਸੁਣ ਲਿਆ ਸੀ ਕਿ PhD ਹੁੰਦੀ ਹੈ ਤੇ ਨਾਮ ਦੇ ਨਾਲ ਡਾਕਟਰ ਲੱਗ ਜਾਂਦਾ। ਤੇ ਉਹ ਮੇਰਾ ਸੁਪਨਾ ਹੁਣ ਜਿਹੜਾ 2019 ਦੇ ਵਿੱਚ ਮੈਨੂੰ ਡਿਗਰੀ ਮਿਲੀ ਤੇ ਬਹੁਤ ਵਧੀਆ ਫੀਲਿੰਗ ਸੀ। ਦੈਟ ਵਾਜ਼ ਆਊਟ ਆਫ ਵਰਲਡ। ਅੱਛਾ, ਪਲੇਬੈਕ ਸਿੰਗਿੰਗ ਵੀ ਕਰਦੇ ਹੋ ਤੁਸੀਂ? ਹਾਂਜੀ, ਮੈਂ ਮੈਨੂੰ ਸਿੰਗਿੰਗ ਦਾ ਜਿਹੜਾ ਹੈ ਗੋਡ ਗਿਫਟ ਹੀ ਹੈ ਕਹਿ ਲਓ ਕਿ ਮੇਰੇ ਫਾਦਰ ਦੀ ਵੀ ਮੈਨੂੰ ਟ੍ਰੇਨਿੰਗ ਹੈ ਮਿਲੀ, ਔਰ ਮੈਨੂੰ ਅੱਛੇ ਸਿੰਗਰਸ ਦੇ ਨਾਲ ਜਿਹੜਾ ਉਹ ਗਾਉਣ ਦਾ ਮੌਕਾ ਮਿਲਿਆ। ਮੈਂ ਜਿਹੜੀ ਸਾਖ ਫਿਲਮ ਆਈ ਪੰਜਾਬੀ ਦੇ ਵਿੱਚ, ਉਹਦੇ ਵਿੱਚ ਵੀ ਗਾਇਆ ਸੀ, ਔਰ ਉਹਦੇ 'ਚ ਸਾਡੇ ਨਾਲ ਜਿਹੜੇ ਉਹ ਹੈਗੇ ਨੇ ਜਿਨ੍ਹਾਂ ਦਾ ਹੁਣੇ ਸੌਂਗ ਆਇਆ ਸੀ ਲੌਂਗ ਲਾਚੀ ਵਾਲਾ, ਮੈਡਮ ਉਹਨਾਂ ਨੇ ਵੀ ਗਾਇਆ, ਔਰ ਬੜੇ ਹੋਰ ਵੀ ਦਿੱਗਜ ਜਿਹੜੇ ਸਿੰਗਰ ਸੀ ਉਹਨਾਂ ਨੇ ਵਿੱਚ ਗਾਇਆ। ਔਰ ਪਲੇਬੈਕ ਸਿੰਗਿੰਗ ਦੇ ਵਾਸਤੇ ਮੈਂ ਕਹਿੰਦੀ ਹਾਂ ਕਿ ਮੇਰਾ ਜਿਹੜਾ ਮੇਨ ਜ਼ਿੰਦਗੀ ਦਾ ਜਿਹੜਾ ਪੈਸ਼ਨ ਹੈ ਨਾ, ਹੌਬੀਜ਼ ਨੂੰ ਜੇ ਲੈ ਕੇ ਕਹੀਏ ਤੇ ਉਹ ਮੇਰਾ ਸਿੰਗਿੰਗ ਹੀ ਹੈ। ਜੇ ਮੈਂ ਕੁਛ ਨਾ ਹੁੰਦੀ ਤਾਂ ਮੈਂ ਸਿੰਗਰ ਹੀ ਬਣਨਾ ਚਾਹੁੰਦੀ ਹਾਂ। ਔਰ ਮੈਂ ਲਗਾਤਾਰ ਰਿਆਜ਼ ਵੀ ਕਰਦੀ ਰਹਿੰਦੀ ਹਾਂ, ਔਰ ਮੈਂ ਕਲਾਸੀਕਲ ਸਿੰਗਿੰਗ ਦੀ ਟ੍ਰੇਨਿੰਗ ਵੀ ਲੈ ਰਹੀ ਹਾਂ। ਔਰ ਜਿਸ ਤਰ੍ਹਾਂ ਕਿ ਰਾਗ ਭੈਰਵੀ, ਹੁਣ ਰਾਗਾਂ ਦੀ ਮੈਂ ਜਿਹੜੀ ਹੈ ਉਹ ਸ਼ੁਰੂ ਕੀਤੀ ਹੋਈ ਹੈ। ਔਰ ਮੇਰੇ ਉਸਤਾਦ ਜੀ ਨੇ ਗੁਲਾਮ ਅੱਬਾਸ, ਤੇ ਜਿਹੜੇ ਉਹਨਾਂ ਨੂੰ ਮੈਂ ਪਾਕਿਸਤਾਨ ਤੋਂ ਉਹਨਾਂ ਨੇ ਮੈਨੂੰ ਕਈ ਲੈਸਨਸ ਦਿੱਤੇ ਨੇ, ਜਿਸ ਤਰ੍ਹਾਂ ਅਸੀਂ WhatsApp 'ਤੇ ਕਦੀ ਵਾਰੀ ਗੱਲ ਕਰ ਲੈਂਦੇ ਹਾਂ, ਅਤੇ ਉਹ ਮੈਨੂੰ ਪ੍ਰੋਪਰ ਟ੍ਰੇਨਿੰਗ ਦਿੰਦੇ ਨੇ ਕਿ ਕਿਸ ਤਰ੍ਹਾਂ ਤੁਸੀਂ ਗਜ਼ਲ ਸਿੰਗਿੰਗ ਦੇ ਵਿੱਚ ਅੱਗੇ ਜਾਓ। ਔਰ ਉਹ ਬਹੁਤ ਅੱਛੇ ਸਿੰਗਰ ਨੇ, ਬਹੁਤ ਹੀ ਉਮਦਾ ਕਲਾਕਾਰ ਨੇ। ਅੱਛਾ, ਅੱਜ ਵੀ ਮਹਿਲਾਵਾਂ ਦੀ ਸਥਿਤੀ ਇੰਨੀ ਅੱਛੀ ਨਹੀਂ ਹੈ ਜਿੰਨੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਤੇ ਖਾਸ ਮਹਿਲਾਵਾਂ ਵਾਸਤੇ ਕੀ ਕਰਨਾ ਚਾਹੋਗੇ? ਮੈਂ ਮਹਿਲਾਵਾਂ ਲਈ ਇਹੀ ਕਹਿਣਾ ਚਾਹਾਂਗੀ ਕਿ ਦੇਖੋ, ਮੈਂ ਤੁਹਾਨੂੰ ਆਪਣਾ ਮੈਸੇਜ ਦੇਣ ਆਈ ਹਾਂ ਕਿ ਕੋਈ ਵੀ ਜਿਹੜੀ ਔਰਤ ਹੈ ਉਹ ਆਪਣੇ ਆਪ ਨੂੰ ਨਾ ਘੱਟ ਨਾ ਆਂਕੇ, ਕਿਉਂਕਿ ਹਰ ਇੱਕ ਦੇ ਵਿੱਚ ਪਰਮਾਤਮਾ ਨੇ ਕੁਝ ਅਜਿਹਾ ਡਿਫਰੈਂਟ ਜਿਹੜਾ ਹੈ ਗੁਣ ਪਾ ਕੇ ਭੇਜਿਆ। ਬਸ ਲੋੜ ਹੈ ਆਪਣੇ ਆਪ ਨੂੰ ਪਹਿਚਾਨਣ ਦੀ ਔਰ ਆਪਣੇ ਡਰ ਨੂੰ ਮਨ 'ਚੋਂ ਕੱਢਣ ਦੀ। ਤੁਸੀਂ ਸਮਾਜ ਦੀਆਂ ਕੁਰੀਤੀਆਂ ਤੋਂ ਡਰੋ ਨਾ, ਤੁਸੀਂ ਅੱਗੇ ਆ ਕੇ, ਤੇ ਡਰ ਤੋਂ ਅੱਗੇ ਜੀਤ ਹੁੰਦੀ ਹੈ, ਤੁਸੀਂ ਅੱਗੇ ਆ ਕੇ ਉਹਨੂੰ ਫੇਸ ਕਰੋ, ਆਪਣੇ ਚੈਲੰਜਿਸ ਤੋਂ ਕਦੀ ਘਬਰਾਓ ਨਾ। ਔਰ ਮੈਨੂੰ ਲੱਗਦਾ ਹੈ ਕਿ ਇਸ ਦੁਨੀਆ ਦੇ ਵਿੱਚ ਇੱਕ ਜਿਹੜੀ ਫਿਲਾਸਫੀ ਮੈਂ ਲੈ ਕੇ ਚੱਲਦੀ ਹਾਂ ਕਿ ਤੁਸੀਂ ਜੋ ਸੋਚਦੇ ਹੋ ਨਾ ਤੁਸੀਂ ਉਹ ਬਣ ਜਾਂਦੇ ਹੋ, ਪ੍ਰੋਵਾਈਡਡ ਤੁਸੀਂ ਬੜੇ ਪੋਜ਼ਿਟਿਵ ਹੋ ਔਰ ਤੁਹਾਡਾ ਜਿਹੜਾ ਇੰਟੈਂਸ਼ਨ ਹੈ ਉਹ ਮੈਲਾਫਾਈਡ ਨਹੀਂ ਹੈ, ਉਹ ਗਲਤ ਨਹੀਂ ਹੈ। ਜੋ ਤੁਸੀਂ ਬਣਨਾ ਚਾਹੁੰਦੇ ਹੋ ਉਹ ਤੁਸੀਂ ਸੋਚਣਾ ਸ਼ੁਰੂ ਕਰ ਦਿਓ ਅਤੇ ਤੁਸੀਂ ਬਣ ਜਾਓਗੇ। ਕਿਉਂਕਿ ਸਾਡੀ ਜਿਹੜੀ ਵੀ ਅਸੀਂ ਚੀਜ਼ ਬੋਲਦੇ ਹਾਂ ਜਾਂ ਜੋ ਵੀ ਅਸੀਂ ਸੋਚਦੇ ਹਾਂ, ਉਹਦੀ ਸਾਰੀ ਕਨੈਕਟੀਵਿਟੀ ਹੈ ਪੂਰੇ ਬ੍ਰਹਮਾਂਡ ਦੇ ਵਿੱਚ, ਵਾਈਬ੍ਰੇਸ਼ਨ ਜਾਂਦੀਆਂ ਨੇ, ਔਰ ਉਹ ਜਿਹੜੀਆਂ ਵਾਈਬ੍ਰੇਸ਼ਨ ਨੇ ਤੁਹਾਨੂੰ ਜਿਹੜਾ ਯੂਨੀਵਰਸ ਹੈ ਉਹ ਰਿਵਰਟ ਬੈਕ ਕਰਦਾ ਹੈ, ਤੁਹਾਡੇ ਕੋਲ ਆਏਗਾ ਹੀ ਆਏਗਾ। ਅਤੇ ਦੈਟਸ ਵਾਈ ਇਹ ਕਹਿੰਦੇ ਕਿ ਕਦੀ ਵੀ ਮੂੰਹ 'ਚੋਂ ਗਲਤ ਨਾ ਕਹੋ, ਨੈਗੇਟਿਵ ਨਾ ਬੋਲੋ, ਪੋਜ਼ੀਟਿਵ ਬੋਲੋ, ਤਾਂ ਕਿ ਤੁਹਾਨੂੰ ਵਾਪਸ ਵੀ ਪੋਜ਼ੀਟਿਵ ਹੀ ਆਏ। ਔਰ ਜਿਸ ਤਰ੍ਹਾਂ ਕਈ ਲੋਕ ਬੜਾ ਕਹਿੰਦੇ ਨੇ ਜੀ ਮੈਂ ਬਿਮਾਰ, ਮੈਂ ਬਿਮਾਰ, ਮੈਂ ਬਿਮਾਰ, ਮੈਂ ਬਿਮਾਰ, ਉਹ ਬਿਮਾਰ ਹੀ ਰਹਿੰਦੇ ਨੇ। ਈਵਨ ਇਫ ਯੂ ਆਰ ਸਿਕ, ਡੋਂਟ ਸੇ, ਉਹ ਤਾਂ ਇੱਕ ਨਾ ਇੱਕ ਦਿਨ ਠੀਕ ਹੋ ਹੀ ਜਾਣਾ ਹੈ। ਹਰ ਦੁੱਖ ਦੇ ਅੱਗੇ ਸੁੱਖ ਹੈ, ਸੁੱਖ ਦੇ ਅੱਗੇ ਦੁੱਖ ਹੈ, ਅਤੇ ਵਿਸ਼ੇ ਸਰਕਲ ਚੱਲਦਾ ਹੀ ਰਹਿੰਦਾ ਹੈ, ਅਤੇ ਉਹਨੂੰ ਇੰਜੋਏ ਕਰੋ। ਅੱਛਾ, ਸਾਡੇ ਚੈਨਲ ਦੇ ਰਾਹੀਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸੁਸਾਇਟੀ ਨੂੰ? ਮੈਂ ਸਮਾਜ ਦੇ ਵਿੱਚ ਇਹ ਮੈਸੇਜ ਦੇਣਾ ਚਾਹਾਂਗੀ ਸਾਰਿਆਂ ਨੂੰ ਕਿ ਲੜਕਾ ਅਤੇ ਲੜਕੀ ਦੋਨੋਂ ਬਰਾਬਰ ਨੇ। ਕੁੜੀਆਂ ਨੂੰ ਪੂਰਾ ਮੌਕਾ ਦਿੱਤਾ ਜਾਵੇ, ਉਹਨਾਂ ਨੂੰ ਅਪੋਰਚੁਨਿਟੀ ਮਿਲੇ ਹਰ ਏਰੀਆ ਦੇ ਵਿੱਚ ਅੱਗੇ ਵਧਣ ਲਈ, ਕਿਉਂਕਿ ਬਹੁਤ ਸਾਰੀਆਂ ਐਸੀਆਂ ਲੜਕੀਆਂ ਨੇ ਜਿਨ੍ਹਾਂ ਨੂੰ ਹਜੇ ਤੱਕ ਐਜੂਕੇਸ਼ਨ, ਜਿਨ੍ਹਾਂ ਨੂੰ ਹਜੇ ਤੱਕ ਨਹੀਂ ਮੌਕਾ ਮਿਲਦਾ ਕਿ ਉਹ ਜਾ ਕੇ ਵੱਧ ਚੜ੍ਹ ਕੇ ਹਿੱਸਾ ਲੈਣ, ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਕਰਨ, ਪੜ੍ਹਾਈ ਕਰਨ। ਔਰ ਸਾਰੇ ਹੀ ਬੱਚਿਆਂ ਦਾ ਮਾਂ-ਬਾਪ ਜਿਹੜੇ ਨੇ ਇੰਟਰਸਟ ਵਾਚ ਕਰਨ ਕਿ ਉਹ ਬੱਚਾ ਕਿਹਦੇ ਵਿੱਚ ਅੱਗੇ ਜਾ ਸਕਦਾ, ਉਹਨਾਂ ਨੂੰ ਫੋਰਸ ਨਾ ਕਰਨ ਕਿ ਮੈਂ ਚਾਹੁੰਦਾ ਕਿ ਤੂੰ ਡਾਕਟਰ ਬਣਨਾ ਤੇ ਡਾਕਟਰ ਹੀ ਬਣ। ਦਿਸ ਇਜ਼ ਨਾਟ ਫੇਅਰ। ਜੋ ਬੱਚੇ ਦਾ ਬੈਂਡ ਆਫ ਮਾਈਂਡ ਹੈ, ਜਿੱਧਰ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਬੱਚੇ ਦਾ ਜ਼ਿਆਦਾ ਇੰਟਰਸਟ ਏਰੀਆ ਹੈਗਾ, ਉਹਨੂੰ ਉਹਦੇ 'ਚ ਫਲਰਿਸ਼ ਕਰਾਓ, ਉਹਨੂੰ ਉਸ ਵਿੱਚ ਹਾਈਟ ਤੱਕ ਕਿਸ ਤਰ੍ਹਾਂ ਜਾਵੇ, ਕਿਉਂਕਿ ਉਹਨੂੰ ਮਜ਼ਾ ਆਏਗਾ ਉਸ ਚੀਜ਼ ਨੂੰ ਕਰਦੇ ਜਿਹੜਾ ਉਹਦਾ ਇੰਟਰਸਟ ਹੈ। ਇਹੀ ਚੀਜ਼ ਮੈਂ ਕਰ ਰਹੀ ਹਾਂ ਯੂਥ ਲੈਬ ਦੇ ਵਿੱਚ, ਅਸੀਂ ਇਹੀ ਕਰ ਰਹੇ ਹਾਂ। ਮੈਂ ਸਾਰੇ ਸਮਾਜ ਨੂੰ ਕਹਿਣਾ ਚਾਹਾਂਗੀ ਕਿ ਯੂਥ ਲੈਬ ਦਾ ਪਾਰਟ ਬਣੋ। ਯੂਥ ਲੈਬ ਕੋਲੋਰਾਡੋ USA ਤੋਂ ਆਨਲਾਈਨ ਕਲਾਸਿਸ ਲੱਗਦੀਆਂ ਨੇ, ਅਤੇ ਵਰਲਡ ਐਕਸਪਰਟੀਜ਼ ਤੁਹਾਨੂੰ ਅਵੇਲੇਬਲ ਹੈ। ਜਿਹੜਾ ਬੂਟ ਕੈਂਪ ਅਸੀਂ ਕਰ ਰਹੇ ਹਾਂ ਆਨਲਾਈਨ, ਉਹਦੇ ਵਿੱਚ ਅਸੀਂ ਸਾਰਿਆਂ ਨੂੰ ਇਹ ਸਮਝਾ ਰਹੇ ਹਾਂ ਕਿ ਐਕਸਪੀਰੀਐਂਸ਼ੀਅਲ ਲਰਨਿੰਗ ਕਰੋ। ਜਿਹੜਾ ਹਿੰਦੁਸਤਾਨ ਦਾ ਐਜੂਕੇਸ਼ਨ ਸਿਸਟਮ ਹੈ ਉਹ ਜ਼ਿਆਦਾ ਰੱਟਾਫਿਕੇਸ਼ਨ 'ਤੇ ਬਹੁਤ ਹੈ, ਥਰੈਟੀਕਲ ਹੈ, ਔਰ ਇਹ ਸੱਚ ਹੈ, ਇਹ ਫੈਕਟ, ਆਈ ਐਮ ਸਟ੍ਰੇਟ ਫਾਰਵਰਡ ਸੇਇੰਗ ਦੈਟ। ਮੈਂ ਉਹਨੂੰ ਬਦਲਣ ਦੀ ਕੋਸ਼ਿਸ਼ ਕਰਨੀ ਹੈ। ਇਹ ਨਹੀਂ ਹੈ ਕਿ ਤੁਸੀਂ ਪੜ੍ਹੋ ਨਾ ਜਾਂ ਕਨਸੈਪਟਸ ਨੂੰ ਸਮਝੋ ਨਾ, ਪਰ ਸਮਝ ਕੇ ਪ੍ਰੈਕਟੀਕਲ ਇੰਪਲੀਮੈਂਟ ਕਰਨਾ ਨਹੀਂ ਹੈਗਾ। ਅਸੀਂ ਪ੍ਰੈਕਟੀਕਲੀ ਇੰਪਲੀਮੈਂਟ ਕਰਾ ਰਹੇ ਹਾਂ ਕਿ ਜੇ ਤੁਹਾਡੀ ਸੋਚ ਹੈਗੀ ਹੈ ਕਿ ਤੁਸੀਂ ਅਗਰ ਬੋਟਨੀ ਕੀਤੀ ਹੈ, ਤੁਸੀਂ ਬੋਟਨੀ ਦੇ ਵਿੱਚ ਤੁਸੀਂ ਪੜ੍ਹਾਈ ਕੀਤੀ ਹੈ, ਅਤੇ ਤੁਹਾਨੂੰ ਪਲਾਂਟਸ ਦੀ ਨੌਲੇਜ ਹੈ, ਅਤੇ ਫਿਰ ਤੁਸੀਂ ਪਲਾਂਟਸ ਦੇ ਜਿਹੜੇ ਰਸ ਤੋਂ, ਉਹਨਾਂ ਦੇ ਤੱਤਵਾਂ ਤੋਂ ਕੁਝ ਬਣਾਓ, ਪ੍ਰੋਡਕਟ ਬਣਾਓ, ਉਹ ਸਮਾਜ ਨੂੰ ਭਲਾ ਕਰਨ,
ਉਹਨਾਂ ਨੂੰ ਹਰਬਲ ਚੀਜ਼ਾਂ ਦਿਓ, ਪਲਾਂਟ ਬੇਸਡ ਹਰਬਲ ਸਪਲੀਮੈਂਟਸ ਬਣਾਓ। ਇਸ ਤਰ੍ਹਾਂ ਦੀ ਚੀਜ਼ਾਂ ਅਸੀਂ ਇਹ 'ਚ ਕਰਾ ਰਹੇ ਹਾਂ। ਜੇ ਕਿਸੇ ਬੱਚੇ ਨੂੰ ਲੜਕੀ ਨੂੰ ਕੇਕ ਬਣਾਉਣ ਦਾ ਸ਼ੌਂਕ ਹੈ ਤੇ ਉਹਨੂੰ ਹੋਰ ਸਿਖਾਓ, ਉਹਦੇ ਵਿੱਚ ਉਹਨੂੰ ਪਤਾ ਹੈ ਕਿ ਮਾਂ-ਬਾਪ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹਨੂੰ ਕਿਚਨ ਦੇ ਵਿੱਚ ਕਿੰਨਾ ਕੁਕਿੰਗ ਦਾ ਸ਼ੌਂਕ ਹੈ, ਉਹਨੂੰ ਸ਼ੈਫ ਬਣਾਓ। ਉਹਨੂੰ ਫੋਰਸ ਨਾ ਕਰੋ ਕਿ ਤੂੰ ਟੀਚਰ ਹੀ ਬਣ, ਜਦੋਂ ਉਹਦੇ ਹੈਗਾ ਹੀ ਨਹੀਂ ਇੰਟਰਸਟ ਜੇ ਟੀਚਿੰਗ ਦਾ। ਜਦੋਂ ਕੋਈ ਬੰਦਾ ਰਾਈਟ ਪਰਸਨ ਸ਼ੁੱਡ ਬੀ ਪੁੱਟ ਐਟ ਅ ਰਾਈਟ ਪਲੇਸ। ਅਸੀਂ ਮੈਨੇਜਮੈਂਟ 'ਚ ਪੜ੍ਹਾਉਂਦੇ ਹਾਂ, ਹੁਣ ਮੈਨੂੰ ਟੀਚਿੰਗ ਦਾ ਸ਼ੌਂਕ ਸੀ, ਮੈਂ ਟੀਚਿੰਗ 'ਚ ਆਈ ਹਾਂ ਤੇ ਮੈਂ ਬੜੀ ਪ੍ਰਾਊਡਲੀ ਕਹਿ ਸਕਦੀ ਹਾਂ ਕਿ ਮੈਂ ਬੜੀ ਚੰਗੀ ਤਰ੍ਹਾਂ ਪੜ੍ਹਾਉਂਦੀ ਹਾਂ। ਔਰ ਜਦੋਂ ਮੇਰੇ ਸਟੂਡੈਂਟਸ ਮੈਨੂੰ ਕਹਿੰਦੇ ਆ ਕਿ ਮੈਡਮ ਤੁਹਾਡੇ ਕੋਲ ਬੜਾ ਅੱਛੀ ਤਰ੍ਹਾਂ ਸਮਝ ਆਉਂਦਾ ਹੈ, ਤੇ ਦੈਟ ਇਜ਼ ਮਾਈ ਰਿਵਾਰਡ। ਕੋਈ ਜ਼ਿੰਦਗੀ ਦੇ ਯਾਦਗਾਰ ਪਲ ਜਿਹੜੇ ਤੁਸੀਂ ਸਾਡੇ ਚੈਨਲ ਰਾਹੀਂ ਸਾਂਝੇ ਕਰਨਾ ਚਾਹੋ? ਮੈਂ ਇੱਕ ਥੈਂਕ ਯੂ ਕਹਿਣਾ ਚਾਹਾਂਗੀ ਆਪਣੇ ਮੈਡਮ ਜਿਹੜੇ ਕਿ ਮੈਨੂੰ ਸਕੂਲ ਟਾਈਮ ਤੇ ਮਾਲਰੋਡ ਸਕੂਲ 'ਚ ਪੜ੍ਹਾਉਂਦੇ ਸੀ, ਮੈਡਮ ਪਰਮਜੀਤ ਕੌਰ। ਉਹਨਾਂ ਦੇ ਸਦਕਾ ਹੀ ਅੱਜ ਮੈਂ ਇੱਥੇ ਹਾਂ, ਕਿਉਂਕਿ ਜਦੋਂ ਮੈਂ 6th ਕਲਾਸ ਦੇ ਵਿੱਚ ਹੈਗੀ ਸੀ, ਉਹਨਾਂ ਨੇ ਪਹਿਲੀ ਵਾਰੀ ਮੇਰਾ ਹੱਥ ਫੜ ਕੇ ਤੇ ਮੈਨੂੰ ਬੁਲਾਇਆ ਔਰ ਮੈਨੂੰ ਕਿਹਾ ਕਿ ਬੇਟਾ ਕਵਿਤਾ ਪੜ੍ਹੋਗੇ। ਮੈਨੂੰ ਉਦੋਂ ਪਤਾ ਹੀ ਨਹੀਂ ਸੀ ਕਿ ਕਵਿਤਾ ਕੀ ਹੁੰਦੀ ਹੈ। ਔਰ ਉਸ ਤੋਂ ਬਾਅਦ ਥੈਂਕ ਯੂ ਮੇਰੇ ਮੰਮੀ ਪਾਪਾ ਦਾ, ਕਿਉਂਕਿ ਮੈਂ ਘਰ ਜਾ ਕੇ ਜਦੋਂ ਉਹਨਾਂ ਨੂੰ ਦੱਸਿਆ ਤੇ ਮੇਰੇ ਮਦਰ ਨੇ ਕਿਹਾ ਕਿ ਬੇਟਾ ਜ਼ਰੂਰ ਕਵਿਤਾ ਪੜ੍ਹਨੀ ਹੈ, ਤੂੰ ਜਾਈਂ ਔਰ ਮੈਡਮ ਨੂੰ ਮਿਲੀ। ਔਰ ਮੈਂ ਉਸ ਮੈਡਮ ਨੂੰ ਜਿਸ ਤਰ੍ਹਾਂ ਮਿਲੀ, ਉਹਨਾਂ ਨੇ ਮੈਨੂੰ ਸਿਖਾਇਆ ਕਿਸ ਤਰ੍ਹਾਂ ਐਕਸ਼ਨਸ ਕਰੀਦੇ ਨੇ, ਕਿਸ ਤਰ੍ਹਾਂ ਆਈ ਕੰਟੈਕਟ ਹੁੰਦਾ ਹੈ, ਕਿਸ ਤਰ੍ਹਾਂ ਸਟੇਜ 'ਤੇ ਬੋਲੀਦਾ। ਉਸ ਚੀਜ਼ ਦੇ ਨਾਲ ਮੈਂ ਅੱਗੇ ਫਲਰਿਸ਼ ਹੋਈ ਹਾਂ। ਔਰ ਅੱਜ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੇਰੇ ਸਾਹਮਣੇ ਕੋਈ ਇੱਕ ਬੰਦਾ ਖੜਾ ਜਾਂ ਕਰੋੜਾਂ ਖੜੇ। ਔਰ ਦੈਟ ਸਟੇਜ ਫੀਅਰ ਹੈਜ਼ ਆਲਰੇਡੀ ਗੋਨ ਐਂਡ ਕੌਨਫੀਡੈਂਸ ਹੈਜ਼ ਆਲਰੇਡੀ ਬੀਨ ਬਿਲਟ ਅਪ। ਅਤੇ ਉਹ ਚੀਜ਼ ਉਹਨਾਂ ਦੇ ਸਦਕਾ ਹੋਈ ਔਰ ਉਹਨਾਂ ਨੂੰ ਮੈਂ ਥੈਂਕ ਯੂ ਕਹਿਣਾ ਚਾਹਾਂਗੀ। ਮੈਂ ਅੱਜ ਵੀ ਉਹਨਾਂ ਨੂੰ ਮਿਲਦੀ ਹਾਂ। ਮੈਂ ਬੱਚਿਆਂ ਨੂੰ ਕਹਿਣਾ ਚਾਹਾਂਗੀ ਕਿ ਜਿਹੜੇ ਲੋਕਾਂ ਦਾ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਹਾਡੇ ਗੁਰੂਆਂ ਦਾ ਕੁਝ ਕੰਟਰੀਬਿਊਸ਼ਨ ਹੈ, ਉਹਨਾਂ ਨੂੰ ਹਮੇਸ਼ਾ ਪੁੱਛੋ, ਉਹਨਾਂ ਦਾ ਹਾਲ ਚਾਲ ਪੁੱਛੋ, ਉਹਨਾਂ ਨੂੰ ਮਿਲਣ ਜਾਓ, ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਲਵੋ। ਔਰ ਮੇਰੇ ਦੂਸਰੇ ਗੁਰੂ ਨੇ ਸਰ ਸੈਯਦ ਜ਼ਿਆ ਅਲਵੀ, ਜਿਹੜੇ ਕਿ ਨਿਊ ਦਿੱਲੀ ਤੋਂ ਨੇ, ਨਵੀਂ ਦਿੱਲੀ ਤੋਂ। ਔਰ ਉਹਨਾਂ ਦੇ ਕਾਰਨ ਹੀ ਮੈਂ ਸਾਰਾ ਉਰਦੂ ਸਿੱਖ ਪਾਈ। ਉਹਨਾਂ ਤੋਂ ਮੈਂ ਉਰਦੂ ਦੀ ਟ੍ਰੇਨਿੰਗ ਲੈਂਦੀ ਹਾਂ ਔਰ ਮੈਂ ਅੱਜ ਤੱਕ ਆਪਣੀਆਂ 60 ਗਜ਼ਲ ਜਿਹੜੀਆਂ ਉਹ ਲਿਖੀਆਂ ਔਰ ਉਹ ਕੰਪਲੀਟ ਮੁਕੰਮਲ ਕੀਤੀਆਂ। ਔਰ ਮੈਂ ਉਰਦੂ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ, ਮੈਨੂੰ ਸ਼ਾਇਰੀ ਦਾ ਔਰ ਪੋਇਟਰੀ ਦਾ। ਪੰਜਾਬੀ ਦੀਆਂ ਕਵਿਤਾਵਾਂ ਤੇ ਮੈਂ ਮੈਡਮ ਪਰਮਜੀਤ ਕੌਰ ਕੋਲ ਸਿੱਖ ਕੇ ਲਿਖੀਆਂ। ਔਰ ਮੇਰੇ ਬਹੁਤ ਸਾਰੇ ਗੁਰੂ ਰਹੇ ਨੇ ਜ਼ਿੰਦਗੀ ਦੇ ਵਿੱਚ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜਿਹਦੇ ਕੋਲ ਵੀ ਤੁਸੀਂ ਕੁਝ ਸਿੱਖ ਸਕਦੇ ਹੋ ਉਹ ਤੁਹਾਡਾ ਗੁਰੂ ਹੈ। ਅਤੇ ਸੁਰਜੀਤ ਸਿੰਘ ਭੁੱਲਰ ਅੰਕਲ ਨੇ, ਜੋ ਕਿ ਮੇਰੇ ਪਾਪਾ ਦੇ ਬੌਸ ਰਹੇ ਨੇ ਮਿਲਕ ਪਲਾਂਟ ਵੇਰਕਾ ਦੇ ਵਿੱਚ, ਅਤੇ ਉਹ ਬਹੁਤ ਉਮਦਾ ਸ਼ਾਇਰੀ ਲਿਖਦੇ ਨੇ ਪੰਜਾਬੀ ਦੀ। ਉਹਨਾਂ ਕੋਲ ਮੈਂ ਬੜਾ ਕੁਝ ਸਿੱਖਿਆ ਪੰਜਾਬੀ ਸ਼ਾਇਰੀ ਵਾਸਤੇ, ਪੰਜਾਬੀ ਕਵਿਤਾਵਾਂ ਲਿਖਣ ਲਈ। ਅਤੇ ਇਸ ਤਰ੍ਹਾਂ ਮੈਡਮ ਪਰਮਜੀਤ ਔਰ ਸਰ ਸੈਯਦ ਜ਼ਿਆ ਅਲਵੀ ਔਰ ਸੁਰਜੀਤ ਸਿੰਘ ਭੁੱਲਰ ਅੰਕਲ, ਇਹ ਮੇਰੇ ਗੁਰੂ ਨੇ ਜਿਨ੍ਹਾਂ ਨੇ ਮੈਨੂੰ ਸਿਖਾਇਆ। ਔਰ ਉਸਤਾਦ ਗੁਲਾਮ ਅਲੀ ਜਿਨ੍ਹਾਂ ਨੇ ਮੈਨੂੰ, ਮੈਂ ਉਹਨਾਂ ਨਾਲ ਵੀ ਗੱਲ ਕੀਤੀ, ਗੁਲਾਮ ਅਲੀ ਸਾਹਿਬ ਦਾ ਸਾਰੇ ਨਾਮ ਜਾਣਦੇ ਨੇ। ਗੁਲਾਮ ਅੱਬਾਸ ਵੀ ਮੇਰੇ ਗੁਰੂ ਨੇ ਔਰ ਗੁਲਾਮ ਅਲੀ ਸਾਹਿਬ ਵੀ ਮੇਰੇ ਗੁਰੂ ਨੇ। ਉਹਨਾਂ ਕੋਲ ਵੀ ਮੈਂ ਉਹਨਾਂ ਨਾਲ ਜਦੋਂ ਔਨਲਾਈਨ ਮੇਰੀ ਇੰਟਰੈਕਸ਼ਨ ਹੋਈ ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਸੰਗੀਤ ਦੇ ਕਿਹੜੀ ਇਸ ਤਰ੍ਹਾਂ ਦੀਆਂ ਐਕਸਰਸਾਈਜ਼ਿਸ ਨੇ ਜਿਹੜੀਆਂ ਅਸੀਂ ਗਲੇ ਨੂੰ ਠੀਕ ਰੱਖਣ ਵਾਸਤੇ ਕਰ ਸਕਦੇ ਹਾਂ, ਜਾਂ ਸੰਗੀਤ ਵਿੱਚ ਅਸੀਂ ਕੀ ਚੀਜ਼ ਰੈਗੂਲਰ ਕਰ ਸਕਦੇ ਹਾਂ। ਅਤੇ ਉਹਨਾਂ ਨੇ ਅਤੇ ਉਹਨਾਂ ਦੇ ਬੇਟੇ ਨੇ ਮੈਨੂੰ ਦੱਸਿਆ ਕਿ ਤੁਸੀਂ ਰਿਆਜ਼ ਕਦੀ ਨਾ ਛੱਡੋ ਔਰ ਖਰਚ ਦਾ ਅਭਿਆਸ ਹਮੇਸ਼ਾ ਕਰੋ, ਜਿਹਦੇ ਨਾਲ ਤੁਹਾਡਾ ਜਿਹੜਾ ਸੁਰ ਹੈ ਉਹ ਪੱਕਾ ਹੋਏਗਾ। ਤੁਹਾਡੇ ਚੈਨਲ ਨਾਲ ਗੱਲ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਬੜਾ ਅੱਛਾ ਲੱਗਾ। ਤੁਸੀਂ ਮੇਰੀਆਂ ਗੱਲਾਂ ਸਾਰੀ ਆਡੀਅנס ਨੂੰ, ਜਿਹੜੇ ਵੀ ਅੱਜ ਮੈਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਉਹਨਾਂ ਤੱਕ ਸਾਂਝੀ ਕਰੋਗੇ। ਔਰ ਬਹੁਤ ਅੱਛਾ ਹੈ ਤੁਹਾਡਾ ਵੀ ਐਫਰਟ ਕਿ ਤੁਸੀਂ ਚੁਣ ਕੇ ਜਿਹੜੇ ਹੈ, ਮੈਨੂੰ ਬੜਾ ਮੈਂ ਥੈਂਕਫੁਲ ਹਾਂ ਮੀਡੀਆ ਵਾਲਿਆਂ ਦਾ, ਕਿਉਂਕਿ ਇਹਨਾਂ ਦੇ ਕਰਕੇ ਹੀ ਜਿਹੜਾ ਤੁਸੀਂ ਇੰਨਾ ਐਫਰਟ ਕਰਦੇ ਹੋ, ਅਸੀਂ ਆਪਣਾ ਮੈਸੇਜ ਸਾਰੀ ਦੁਨੀਆ ਤੱਕ ਪਹੁੰਚਾ ਸਕਦੇ ਹਾਂ। ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਇਸ ਤਰ੍ਹਾਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਮੈਸੇਜ ਨੂੰ ਕਨਵੇ ਕਰਕੇ ਸਪਰੈਡ ਕਰ ਸਕਦੇ ਹਾਂ। ਥੈਂਕ ਯੂ ਸੋ ਮਚ। ਔਰ ਮੈਂ ਲੋਕਲ ਐਡਮਿਨਿਸਟ੍ਰੇਸ਼ਨ ਦਾ ਵੀ ਥੈਂਕ ਯੂ ਕਹਿਣਾ ਚਾਹਾਂਗੀ, ਜਿਨ੍ਹਾਂ ਨੇ ਕਰੋਨਾ ਦੇ ਵਿੱਚ ਮੇਰਾ ਬੜਾ ਸਾਥ ਦਿੱਤਾ। ਸਾਡੇ ਜਿਹੜੇ DC ਸਾਹਿਬ ਉਸ ਵੇਲੇ ਕਰੋਨਾ ਟਾਈਮ 'ਤੇ, ਜਦੋਂ ਹੁਣ ਤੇ ਸ਼ਿਵ ਦੁਲਾਰ ਸਿੰਘ ਢਿੱਲੋਂ ਜੀ ਰਿਟਾਇਰ ਹੋ ਗਏ ਨੇ, ਹੁਣ ਗੁਰਪ੍ਰੀਤ ਸਿੰਘ ਖਹਿੜਾ ਸਾਹਿਬ ਨੇ, ਉਹ ਵੀ ਬੜਾ ਅੱਛਾ ਕੰਮ ਕਰ ਰਹੇ ਨੇ, ਡਿਪਟੀ ਕਮਿਸ਼ਨਰ ਸਾਹਿਬ, ਔਰ ਉਹਨਾਂ ਨੇ ਵੀ ਬੜਾ ਸਾਥ ਦਿੱਤਾ। ਔਰ ਪੁਲਿਸ ਡਿਪਾਰਟਮੈਂਟ ਵੀ ਥੈਂਕ ਯੂ ਹੈ, ਮੇਰਾ ਬਹੁਤ ਦਿਲ ਤੋਂ ਰਿਗਾਰਡ ਹੈ, ਕਿਉਂਕਿ ਪੁਲਿਸ ਜਿਹੜਾ ਕੰਮ ਕਰਦੀ ਹੈ, ਉਹ ਲੋਕ ਜਿਹੜੇ, ਮੈਂ ਚਾਹਾਂਗੀ ਇਹ ਕਹਿਣਾ ਕਿ ਲੋਕ ਪੁਲਿਸ ਕੋਲੋਂ ਡਰਨ ਨਾ। ਪੁਲਿਸ ਤੁਹਾਡੇ ਸਾਥ ਦੇਣ ਵਾਸਤੇ ਹੈਗੀ ਹੈ, ਤੁਸੀਂ ਉਹਨਾਂ ਦਾ ਸਾਥ ਦਿਓ, ਤੁਹਾਨੂੰ ਪ੍ਰੋਟੈਕਸ਼ਨ ਦੇਣ ਲਈ ਹੈਗੀ ਹੈ। ਅਤੇ ਸੁਖਚੈਨ ਸਿੰਘ ਗਿੱਲ ਸਾਹਿਬ ਦਾ, ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਉਹਨਾਂ ਨੇ ਵੀ ਬਹੁਤ ਕਰੋਨਾ ਕਾਲ 'ਚ ਕੰਮ ਕੀਤਾ। ਔਰ ਸਾਡੇ ਸਪੈਸ਼ਲੀ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਮੈਡਮ ਕੋਮਲ ਮਿੱਤਲ ਜੀ ਦਾ, ਜਿਨ੍ਹਾਂ ਨੇ ਬਹੁਤ ਜ਼ਿਆਦਾ ਤਨਦੇਹੀ ਨਾਲ ਕਰੋਨਾ ਕਾਲ 'ਚ ਵੀ, ਹੁਣ ਵੀ ਉਹ ਬੜੀ ਐਫਰਟ ਕਰਦੇ ਨੇ। ਔਰ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਇਹਨਾਂ ਲੋਕਾਂ ਨਾਲ ਜੁੜੀ ਹਾਂ, ਔਰ ਮੈਂ ਜਦੋਂ ਵੀ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ, ਮੇਰੀ ਹਮੇਸ਼ਾ ਗੱਲ ਨੂੰ ਉਹ ਇੰਪਲੀਮੈਂਟ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਸਨ ਡਾਕਟਰ ਆਂਚਲ ਅਰੋੜਾ, ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਔਰ ਉਹਨਾਂ ਨੇ ਆਪਣੇ ਜ਼ਿੰਦਗੀ ਬਾਰੇ ਜਿਹੜੇ ਵੀ ਪਲ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਨੇ। ਔਰ ਉਹਨਾਂ ਨੇ ਇਹੀ ਗੱਲ ਆਖਿਆ ਵੀ ਸਮਾਜ ਵਿੱਚ ਮੁੰਡੇ ਅਤੇ ਕੁੜੀ ਵਿੱਚ ਕੋਈ ਵੀ ਫਰਕ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਕੁੜੀਆਂ ਨੂੰ ਕਾਬਲ ਬਣਾਇਆ ਜਾਵੇ ਤਾਂ ਕੁੜੀਆਂ ਜਿਹੜੀਆਂ ਨੇ ਮੁੰਡਿਆਂ ਤੋਂ ਵੀ ਅਗਾਂਹ ਨਿਕਲ ਸਕਦੀਆਂ ਨੇ। ਕੈਮਰਾ ਪਰਸਨ ਮੁਕੇਸ਼ ਬਾਵਾ ਨਾਲ ਸਿਕੰਦਰ ਪਸਰੀਚਾ, ਦੈਨਿਕ ਸਵੇਰਾ TV, ਅੰਮ੍ਰਿਤਸਰ।
ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठग्गां तो सावधान। स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान। फ्री 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 मियां रफीक मोहम्मद मोबाइल 84 374 94 647 84 374 94 648। पंडित राधे शर्मा चमत्कार हुंदे वेखो अपनी अखां दे सामने 24 घंटे विच पाओ हर परेशानी दा हल। मुसलमानी रूहानी ते काले इलम दे बादशाह मेरे कीते नु मेरे तो इलावा कोई कट नहीं सकदा। मोड़ी वशीकरण करवाओ मनचाहा प्यार पाओ लव मैरिज सौतन दुश्मन तो छुटकारा तलाक केस जमीनी झगड़ा नौकरी कारोबार च रुकावट विदेश यात्रा लॉटरी तो धन मिलेगा जां नहीं सच्चाई जानो। लॉटरी नंबर पाओ 649 होवे जां लोटो मैक्स तुहाडी हर गल 100% गुप्त रखी जावेगी। प्यार विच धोखा खाए प्रेमी प्रेमिका एक बार जरूर मिलो मैं तुहाडा प्यार टुटन नहीं देवांगा। मोबाइल 98 768 045 80 85 588 38 617।